ਰਾਗ ਦੇ ਅੰਦਰ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 370 ਅੰਗ ਉੱਪਰ ਸ਼ੋਭਨੀਕ ਨੇ, ਜਿਨ੍ਹਾਂ ਦਾ ਮੂਲ ਪਾਠ ਆਪ ਜੀ ਨੇ ਸਤਿਕਾਰ ਸਨਮਾਨਯੋਗ ਭਾਈ ਸਾਹਿਬ ਭਾਈ ਕਰਮ ਸਿੰਘ ਜੀ ਹੁਣਾਂ ਪਾਸੋਂ ਸਰਵਣ ਕੀਤਾ ਹੈ। ਆਓ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਪ੍ਰਾਰੰਭ ਕਰੀਏ। ਨਚੀਜ ਦਾਸਰੇ ਨੂੰ ਅਸੀਸ ਬਖਸ਼ਿਸ਼ ਕਰਦਿਆਂ ਗੁਰ ਫਤਿਹ ਪ੍ਰਵਾਨ ਕਰੋ। ਪਿਆਰ ਵਿੱਚ ਭੇਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਬਖਸ਼ਿਸ਼ ਰਹਿਮਤ ਤਰਸ ਕਰਦਿਆਂ ਸਮਝਾਉਣ ਦਾ ਯਤਨ ਕੀਤਾ ਕਿ ਇਸ ਸੰਸਾਰ ਦੇ ਅੰਦਰ ਜਗਤ ਦੇ ਅੰਦਰ ਮਨੁੱਖ ਕਿੰਨਾ ਵੀ ਸਿਮਰਤੀਆਂ ਸ਼ਾਸਤਰ ਪੁਰਾਣ ਇਤਿਆਦਿਕ ਧਾਰਮਿਕ ਪੁਸਤਕਾਂ ਗ੍ਰੰਥਾਂ ਦਾ ਕਿੰਨਾ ਵੀ ਉਹ ਰਟਨ ਕਰ ਲਏ, ਵੱਧ ਤੋਂ ਵੱਧ ਉਹਨਾਂ ਨੂੰ ਪੜ੍ਹਨ ਦਾ ਯਤਨ ਕਰੇ ਔਰ ਇੱਥੋਂ ਤੱਕ ਪੜ੍ਹ ਲਵੇ ਕਿ ਕੋਈ ਬੰਦਾ ਕਿਸੇ ਨਾਮ ਗ੍ਰੰਥ ਦਾ ਨਾਮ ਲਵੇ, ਝੱਟ ਉਹਦੇ ਅੰਦਰ ਲਿਖੀਆਂ ਗੱਲਾਂ ਲਿਖੀਆਂ ਪੰਕਤੀਆਂ ਦੱਸਿਆ ਸਿਧਾਂਤ ਉਸੇ ਵਕਤ ਉਹ ਦੱਸਣ ਦੀ ਕਾਬਲੀਅਤ ਰੱਖਦਾ ਹੋਵੇ। ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਵੀ ਇਸੇ ਸ਼ਬਦ ਦੀ ਪੰਕਤੀ ਮਹਾ ਆਨੰਦ ਗੁਰ ਸ਼ਬਦ ਵਿਚਾਰ। ਕਿੰਨਾ ਵੀ ਇਹ ਸੰਸਾਰ ਦੇ ਅੰਦਰ ਪੜ੍ਹਨ ਵਾਲਾ ਹੋਵੇ ਪੜ੍ਹਾਉਣ ਵਾਲਾ ਹੋਵੇ, ਕਿੰਨਾ ਵੀ ਵੱਧ ਤੋਂ ਵੱਧ ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲਾ ਹੋਵੇ, ਪਰ ਸਾਹਿਬ ਕਹਿੰਦੇ ਅਸਲ ਜਿਹੜਾ ਆਨੰਦ ਹੈ ਨਾ, ਜਿਹੜਾ ਮਹਾ ਆਨੰਦ ਹੈ, ਸਾਹਿਬ ਕਹਿੰਦੇ ਉਹ ਤੈਨੂੰ ਤਦ ਹੀ ਪ੍ਰਾਪਤ ਹੋਵੇਗਾ ਜਦੋਂ ਤੂੰ ਸ਼ਬਦ ਨੂੰ ਸਮਝਣਾ ਸ਼ੁਰੂ ਕਰੇਗਾ। ਭਾਵੇਂ ਕਿੰਨਾ ਵੀ ਮਾਫ ਕਰਿਓ, ਕਿੰਨਾ ਵੀ ਅਸੀਂ ਬਾਣੀ ਪੜ੍ਹਦੇ ਹੋਈਏ, ਕਿੰਨੀ ਬਾਣੀ ਪੜ੍ਹਦੇ ਹੋਈਏ, ਗੁਰੂ ਗ੍ਰੰਥ ਸਾਹਿਬ ਦਾਤੇ ਨੇ ਹਰ ਇੱਕ ਪੱਖ ਸਾਡੇ ਸਾਹਮਣੇ ਰੱਖਿਆ ਵੀ ਸਿੱਖ ਦੇ ਅੰਦਰ ਕੋਈ ਦੁਬਿਧਾ ਨਾ ਰਹਿ ਜਾਏ, ਕਿਣਕਾ ਮਾਤਰ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਾ ਰਹਿ ਜਾਏ। ਕੱਲੀ ਕੱਲੀ ਗੱਲ ਨੂੰ ਮਹਾਰਾਜ ਨੇ ਸਾਡੇ ਸਾਹਮਣੇ ਰੱਖਿਆ। ਪੜ੍ਹਨ ਵਾਲੇ ਕਿੰਨੇ ਵੀ ਹੋਣ, ਕਿੰਨਾ ਪੜ੍ਹੀ ਜਾਣ, ਕੋਈ ਆਖੇ ਮੈਂ ਇੰਨੇ ਘੰਟੇ ਬਾਣੀ ਪੜ੍ਹਦਾ ਹੈ, ਕੋਈ ਆਖੇ ਮੈਂ ਇੰਨੀ ਬਾਣੀ ਪੜ੍ਹਦਾ, ਕੋਈ ਕੁਝ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਲੱਗੇ ਵੀ ਸਤਿਗੁਰੂ ਨੂੰ ਪੂਜਣ ਵਾਸਤੇ ਸੇਵਨ ਵਾਸਤੇ ਹਜ਼ਾਰਾਂ ਹੀ ਸਿੱਖ ਆਉਂਦੇ ਨੇ। ਜਿੰਨੇ ਆਏ ਉਹਨਾਂ ਨੇ ਆਪਣੀ ਸ਼ਰਧਾ ਮੁਤਾਬਕ, ਕਿਸੇ ਨੇ ਥੋੜਾ ਪੜ੍ਹਿਆ, ਕਿਸੇ ਨੇ ਜ਼ਿਆਦਾ ਪੜ੍ਹਿਆ, ਕਿਸੇ ਥੋੜਾ ਸਮਾਂ ਬੈਠੇ, ਕੋਈ ਜ਼ਿਆਦਾ ਸਮਾਂ ਬੈਠੇ, ਪਰ ਸਾਹਿਬ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਉੱਤਮ ਬਾਣੀ। ਬੜੇ ਆਉਂਦੇ ਨੇ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ, ਪ੍ਰਕਾਸ਼ ਤੋਂ ਲੈ ਕੇ ਸੁਖਾਸਨ ਹੋਣ ਤੱਕ ਹਜ਼ਾਰਾਂ ਦੀ ਤਾਦਾਦ ਵਿੱਚ ਕੋਈ ਬੰਗਲਾ ਸਾਹਿਬ ਆ ਰਿਹਾ, ਕੋਈ ਸੀਸਗੰਜ ਸਾਹਿਬ ਆ ਰਿਹਾ, ਕੋਈ ਕਿਸੇ ਹੋਰ ਅਸਥਾਨ ਤੇ ਆ ਜਾ ਰਿਹਾ ਹੈ। ਬਹੁਤ ਪੜ੍ਹਿਆ ਜਾ ਰਿਹਾ ਹੈ, ਬਹੁਤ ਸੁਣਿਆ ਜਾ ਰਿਹਾ ਹੈ, ਪਰ ਸਤਿਗੁਰੂ ਕਹਿੰਦੇ ਮੁੱਖ ਦੀ ਗੱਲ ਇਹ ਹੈ ਵੀ ਪੜ੍ਹਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਭਾਵ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ, ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ ਵੀ ਜਿਹੜੀ ਬਾਣੀ ਪੜ੍ਹੀ ਹੈ, ਜਿਸ ਬਾਣੀ ਨੂੰ ਮੈਂ ਆਪਣੇ ਹੱਥ ਵਿੱਚ ਗੁਟਕਾ ਲੈ ਕੇ ਜਾਂ ਗੁਰੂ ਸਾਹਿਬ ਦੇ ਸਰੂਪ ਤੋਂ ਪੜ੍ਹ ਰਿਹਾ ਹੈ, ਇੱਕ ਸ਼ਬਦ ਪੜ੍ਹਿਆ, ਇੱਕ ਅੰਗ ਪੜ੍ਹਿਆ, 5 ਸ਼ਬਦ ਪੜ੍ਹੇ ਜਾਂ 5 ਅੰਗ ਪੜ੍ਹੇ, ਉਹਦੇ ਵਿੱਚ ਸਤਿਗੁਰੂ ਨੇ ਸਮਝਾਇਆ ਕੀ, ਦੱਸਿਆ ਕੀ, ਉਪਦੇਸ਼ ਕੀ ਕੀਤਾ, ਤੇ ਮੈਂ ਉਸ ਗੱਲ ਨੂੰ ਪੜ੍ਹ ਕੇ ਆਪਣੇ ਹਿਰਦੇ ਦੇ ਅੰਦਰ ਕਿੰਨਾ ਕੁ ਧਾਰਨ ਕੀਤਾ ਹੈ, ਕਿੰਨਾ ਕੁ ਵਸਾਇਆ ਹੈ। ਸਤਿਗੁਰੂ ਕਹਿੰਦੇ ਵਿਚਾਰਨ ਵਾਲੀ ਗੱਲ ਤੇ ਇਹ ਸੀ, ਤੂੰ ਦੁਨੀਆ ਦੇ ਅੰਦਰੋਂ ਹੋਰ ਆਨੰਦ ਦੀ ਗੱਲ ਕਰਦਾ ਹੈ। ਸਾਹਿਬ ਕਹਿੰਦੇ ਮਹਾ ਆਨੰਦ ਗੁਰ ਸ਼ਬਦ ਵਿਚਾਰ, ਮਹਾ ਆਨੰਦ ਪ੍ਰਾਪਤ ਹੋਵੇਗਾ ਜਿਸ ਦਿਨ ਤੈਨੂੰ ਸ਼ਬਦ ਦੀ ਵਿਚਾਰ ਕਰਨੀ ਆ ਜਾਏ, ਜਿਸ ਦਿਨ ਸ਼ਬਦ ਦੀ ਵਿਚਾਰ ਤੇਰੇ ਹਿਰਦੇ ਵਿੱਚ ਵਸ ਜਾਏ, ਜਿਸ ਦਿਨ ਤੂੰ ਸ਼ਬਦ ਨੂੰ ਜਿੰਨਾ ਪੜ੍ਹਿਆ ਹੈ
ਉਹਨਾਂ ਆਪਣੇ ਹਿਰਦੇ ਦੇ ਅੰਦਰ ਉਹਨੂੰ ਸੰਭਾਲ ਲਵੇ, ਉਹਨੂੰ ਪੁੰਚ ਲਵੇ, ਪਚਾ ਲਵੇ, ਸਮਝ ਕੇ ਸੰਸਾਰ ਅੰਦਰ ਵਿਚਰਨਾ ਸ਼ੁਰੂ ਕਰਦਾ। ਸਾਹਿਬ ਕਹਿੰਦੇ ਸਭ ਪੱਖ ਆਪਣੇ ਆਪ ਤੇਰੇ ਸਾਹਮਣੇ ਸਾਫ਼ ਹੁੰਦੇ ਜਾਣਗੇ, ਸਪਸ਼ਟ ਹੁੰਦੇ ਜਾਣਗੇ। ਫਿਰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਵੀ ਆਹ ਕੰਮ ਕਰਨਾ ਹੈ ਕਿ ਨਹੀਂ ਕਰਨਾ, ਆਹ ਕਿੰਨੇ ਵਜੇ ਕਰਨਾ ਹੈ ਜਾਂ ਕਿੰਨੇ ਵਜੇ ਨਹੀਂ ਕਰਨਾ, ਇਸ ਪਾਸੇ ਜਾਣਾ ਹੈ ਕਿ ਨਹੀਂ ਜਾਣਾ। ਸਭ ਸ਼ਬਦ ਆਪਣੇ ਆਪ ਸਾਨੂੰ ਅੰਦਰੋਂ ਹੀ ਅੰਦਰ ਸਭ ਕੁਝ ਸਪਸ਼ਟ ਹੁੰਦਾ ਜਾਏਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾਤੇ ਨੇ ਬਾਹਰੀ ਪੱਖ ਤੋਂ, ਜਿਵੇਂ ਆਪਾਂ ਸਮਾਜ ਅੰਦਰ ਰਿਸ਼ਤੇ ਵੇਖਦੇ ਹਾਂ, ਉਹਨਾਂ ਰਿਸ਼ਤਿਆਂ ਦੀਆਂ ਉਦਾਹਰਨਾਂ ਲੈਂਦਿਆਂ ਪ੍ਰਥਮ ਸਭ ਤੋਂ ਪਹਿਲੀ ਪੰਕਤੀ ਵਿੱਚ ਕਿਰਪਾ ਕੀਤੀ ਸੱਸੂ ਤੇ ਪਿਰ ਕੀਨੀ ਵਾਖ। ਸੱਸੂ ਤੋਂ ਭਾਵ ਹੈ ਸੱਸ, ਪਿਰ ਤੋਂ ਭਾਵ ਹੈ ਪਤੀ। ਹੁਣ ਮਹਾਰਾਜ ਕਹਿ ਲੱਗੇ ਵੀ ਇਸ ਸੰਸਾਰ ਅੰਦਰ ਜਿਹੜਾ ਬਾਹਰੀ ਪੱਖ ਲੈ ਲਈਏ ਤੇ ਬਾਹਰੀ ਪੱਖ ਇਹ ਬਣਦਾ ਹੈ ਵੀ ਜਦੋਂ ਸਮਾਜ ਅੰਦਰ, ਘਰ ਪਰਿਵਾਰਾਂ ਦੇ ਅੰਦਰ ਜਿਸ ਪਤੀ ਨੂੰ ਉਸਦੇ ਪਤਨੀ ਨੂੰ ਉਸਦੇ ਪਤੀ ਦਾ ਸਹਾਰਾ ਮਿਲ ਚੁੱਕਾ ਹੋਵੇ, ਪੂਰਾ ਸਾਥ ਮਿਲ ਚੁੱਕਾ ਹੋਵੇ, ਫਿਰ ਉਹ ਭਾਵੇਂ ਘਰ ਦੇ ਅੰਦਰ ਰਿਸ਼ਤਿਆਂ ਦੇ ਵਿੱਚੋਂ ਸੱਸ ਦਾ ਰਿਸ਼ਤਾ ਹੋਵੇ, ਦਰਾਣੀ ਦਾ ਹੋਵੇ, ਜਠਾਣੀ ਦਾ ਹੋਵੇ ਜਾਂ ਕੋਈ ਹੋਰ ਰਿਸ਼ਤੇ ਨਾਤੇ ਹੋਣ, ਉਹ ਇਸ ਸਮਾਜ ਦੇ ਅੰਦਰ ਉਹ ਸਤਿਕਾਰ ਕਰਦੀ ਹੋਈ, ਇੱਜ਼ਤ ਕਰਦੀ ਹੋਈ, ਪਰ ਕੇਵਲ ਔਰ ਕੇਵਲ ਆਪਣੇ ਪਤੀ ਦੀ ਪਰਵਾਹ ਤੋਂ ਬਗੈਰ ਹੋਰ ਕਿਸੇ ਦੀ ਪਰਵਾਹ ਨਹੀਂ। ਕਿਉਂਕਿ ਇਸ ਸਮਾਜ ਵਿੱਚ, ਸੰਸਾਰ ਦੇ ਅੰਦਰ ਬੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤੇ ਨੇ ਫਰਮਾਨ ਝੋਲੀ ਵਿੱਚ ਪਾਏ ਵੀ ਜਿਨ੍ਹਾਂ ਸੁਹਾਗਣਾ ਨੇ ਆਪਣੇ ਪਤੀ ਨੂੰ ਰਜ਼ਾਇਆ ਹੈ ਨਾ, ਫਿਰ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਕਦੇ ਵੀ ਦੁੱਖ ਨਹੀਂ, ਕੋਈ ਪੀੜਾ ਜਾਂ ਕਿਸੇ ਹੋਰ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਹਨਾਂ ਨੂੰ ਭਰੋਸਾ, ਵਿਸ਼ਵਾਸ ਹੈ ਵੀ ਮੇਰੇ ਸਿਰ ਤੇ ਮੇਰਾ ਪਤੀ ਹੈ, ਮੈਨੂੰ ਹੋਰ ਕਿਸੇ ਦੀ ਕਾਣ ਨਹੀਂ, ਕਿਸੇ ਹੋਰ ਦੀ ਮੁਤਾਜ਼ਗੀ ਝੱਲਣ ਦੀ ਜ਼ਰੂਰਤ ਨਹੀਂ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹ ਬਾਹਰੀ ਸ਼ਬਦਾਂ ਦੇ ਵਿੱਚੋਂ ਸਮਝਾਉਣ ਦਾ ਯਤਨ ਕੀਤਾ। ਕਹਿੰਦੇ ਵੀ ਜਿਹੜਾ ਅਵਿਦਿਆ ਰੂਪੀ ਸੱਸ ਹੈ, ਅਗਿਆਨਤਾ ਰੂਪੀ ਸੱਸ ਹੈ, ਮਾਇਆ ਰੂਪੀ ਸੱਸ ਹੈ, ਉਹਦੇ ਤੋਂ ਮੈਨੂੰ ਮੇਰੇ ਪ੍ਰਭੂ ਪਤੀ ਨੇ ਵੱਖਰਾ ਕਰ ਦਿੱਤਾ ਹੈ, ਪਾਸੇ ਕਰ ਦਿੱਤਾ। ਹੁਣ ਨਾ ਮੇਰੇ ਅੰਦਰ ਅਵਿਦਿਆ ਅਗਿਆਨਤਾ ਰਹੀ, ਨਾ ਮੇਰੇ ਅੰਦਰ ਮਾਇਆ ਦੀ ਭੁੱਖ ਰਹੀ, ਨਾ ਮੇਰੇ ਅੰਦਰ ਵਿਕਾਰ ਰਹੇ, ਨਾ ਮੇਰੇ ਅੰਦਰ ਕਿਸੇ ਹੋਰ ਲੋਕਾਂ ਦੀ ਮੁਤਾਜੀ ਰਹੀ। ਕਿਉਂ ਨਾ ਰਹੀ? ਕਿਉਂਕਿ ਮੈਨੂੰ ਆਪਣੇ ਪਤੀ ਨੇ, ਅਕਾਲ ਪੁਰਖ ਵਾਹਿਗੁਰੂ ਨੇ, ਕਿਉਂਕਿ ਹੈ ਸਭ ਜੀਵ ਇਸਤਰੀਆਂ ਨੇ ਨਾ, ਪ੍ਰਭੂ ਪਤੀ ਪਰਮਾਤਮਾ ਤੇ ਇੱਕੋ ਹੈ। ਸਾਹਿਬ ਕਹਿੰਦੇ ਵੀ ਮੈਨੂੰ ਮੇਰੇ ਪ੍ਰਭੂ ਪਤੀ ਨੇ, ਪਰਮਾਤਮਾ ਪਤੀ ਨੇ ਇਹ ਸਾਰੇ ਵਿਕਾਰਾਂ ਤੋਂ, ਅਵਿਦਿਆ ਅਗਿਆਨਤਾ ਤੋਂ, ਮਾਇਆ ਤੋਂ ਸਭ ਤੋਂ ਪਾਸੇ ਕਰ ਦਿੱਤਾ, ਵੱਖਰਾ ਕਰ ਦਿੱਤਾ। ਜਦੋਂ ਇਹਨਾਂ ਤੋਂ ਮੈਂ ਵੱਖਰੀ ਹੋ ਗਈ, ਪਾਸੇ ਹੋ ਗਈ, ਫਿਰ ਇਹਨਾਂ ਦੀ ਮੈਨੂੰ ਮੁਤਾਜ਼ਗੀ ਝੱਲਣ ਦੀ ਕੀ ਲੋੜ ਹੈ? ਮੈਂ ਇਹਨਾਂ ਦੇ ਦਬਾਅ ਵਿੱਚ ਆ ਕੇ ਆਪਣਾ ਜੀਵਨ ਕਿਉਂ ਬਸਰ ਕਰਾਂ? ਮੈਂ ਅਗਿਆਨਤਾ ਦੇ ਵਿੱਚ ਆ ਕੇ ਕਿਉਂ ਆਪਣਾ ਜੀਵਨ ਬਤੀਤ ਕਰਾਂ, ਜਦੋਂ ਮੈਨੂੰ ਪ੍ਰਭੂ ਪਤੀ ਨੇ, ਪਰਮਾਤਮਾ ਪਤੀ ਨੇ ਗਿਆਨ ਦੀ ਦਾਤ ਦੇ ਦਿੱਤੀ, ਗਿਆਨ ਦਾ ਅੰਜਨ ਬਖਸ਼ ਦਿੱਤਾ, ਮੈਨੂੰ ਸ਼ਬਦ ਦੀ ਵਿਚਾਰ ਦੇ ਦਿੱਤੀ, ਸਮਝ ਦੇ ਦਿੱਤੇ। ਤੇ ਉਹ ਸਮਝ ਲੈ ਕੇ ਸਮਾਜ ਅੰਦਰ, ਸੰਸਾਰ ਵਿੱਚ ਵਿਚਰਦਿਆਂ ਹੋਇਆ ਸਾਹਿਬ ਕਹਿੰਦੇ ਵੀ ਮੈਂ ਆਪਣੇ ਪਤੀ ਦੀ ਮੁਤਾਜ਼ਗੀ ਕਰਦੇ ਆ, ਆਪਣੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦਿਆਂ ਸਤ ਸੰਗਤ ਵਿੱਚ ਆ ਕੇ ਸਾਰੇ ਵਿਕਾਰਾਂ ਨੂੰ ਲਾਂਭੇ ਕਰ ਦਿੱਤਾ, ਪਾਸੇ ਕਰ ਦਿੱਤਾ। ਕਿਸੇ ਦੀ ਕਾਣ ਨਹੀਂ ਮੈਂ ਝੱਲਣੀ, ਕਿਸੇ ਦੀ ਮੁਤਾਜ਼ੀ ਨਹੀਂ ਝੱਲਣੀ, ਕਿਸੇ ਦੇ ਦਬਾਅ ਵਿੱਚ ਆ ਕੇ ਮੈਂ ਜੀਵਨ ਨਹੀਂ ਬਸਰ ਕਰਨਾ। ਕੇਵਲ ਅਕਾਲ ਪੁਰਖ ਆਸਾ ਕੀ ਵਾਰਦਾ ਹੁਣੇ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਤੇ ਕਿੰਨੇ ਪਿਆਰ ਨਾਲ ਸਤਿਗੁਰਾਂ ਨੇ ਸਮਝਾਇਆ। ਮਹਾਰਾਜ ਕਹਿੰਦੇ ਜਿਹੜੇ ਆਪਣਾ ਜੀਵਨ ਗੁਰੂ ਅੱਗੇ ਰੱਖ ਦਿੰਦੇ ਨੇ ਨਾ, ਉਹਨਾਂ ਤੇ ਇਹ ਪੰਕਤੀਆਂ ਢੁਕਦੀਆਂ ਨੇ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਈ। ਮਹਾਰਾਜ ਕਹਿੰਦੇ ਇੱਕ ਪਰਮਾਤਮਾ ਤੋਂ ਬਗੈਰ, ਵਾਹਿਗੁਰੂ ਦੇ ਨਾਮ ਤੋਂ ਬਗੈਰ ਕਿਸੇ ਦੀ ਪਰਵਾਹ ਨਹੀਂ, ਕਿਸੇ ਦੀ ਮੁਤਾਜ਼ੀ ਨਹੀਂ, ਕਿਸੇ ਦੀ ਕਾਣ ਨਹੀਂ, ਕਿਸੇ ਦੇ ਦਬਾਅ ਵਿੱਚ ਨਹੀਂ। ਕਿਉਂਕਿ ਜਦੋਂ ਪਰਮਾਤਮਾ ਇਹ ਸ਼ਬਦ ਅਸੀਂ ਪੜ੍ਹਦੇ ਆ, ਮਹਾਰਾਜ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ। ਕਹਿੰਦੇ ਸਤਿਗੁਰੂ ਜਦੋਂ ਤੂੰ ਮੇਰੇ ਵੱਲ ਹੋਵੇ ਨਾ, ਜਦੋਂ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਤੇ ਅਰਦਾਸ ਹੋਵੇ ਮੇਰੀ ਵੀ ਗੁਰੂ ਤੋਂ ਬਗੈਰ ਮੇਰਾ ਸਹਾਰਾ ਕੋਈ ਨਹੀਂ, ਗੁਰੂ ਤੋਂ ਬਗੈਰ ਮੇਰੀ ਰੱਖਿਆ ਕਰਨ ਵਾਲਾ, ਮੇਰੇ ਇਸ ਸੰਸਾਰ ਅੰਦਰ ਪਾਲਣ ਵਾਲਾ ਕੋਈ ਨਹੀਂ, ਜਾ ਤੂੰ ਮੇਰੇ ਵੱਲ ਹੈ। ਬੜਾ ਵਿਸ਼ਵਾਸ, ਬੜਾ ਭਰੋਸਾ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਦਾਤੇ ਨੇ।
ਬੜੀ ਸਾਡੇ ਇਹਦੇ ਅੰਦਰ ਇੱਕ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਵੀ ਸਤਿਗੁਰੂ ਜਦੋਂ ਤੂੰ ਮੇਰੇ ਵੱਲ ਹੈ, ਜਦੋਂ ਮੈਨੂੰ ਪਤਾ ਹੈ ਵੀ ਤੇਰਾ ਹੱਥ ਮੇਰੇ ਸਿਰ ਤੇ ਹੈ, ਜਦੋਂ ਮੈਨੂੰ ਪਤਾ ਹੈ ਸਤਿਗੁਰੂ ਤੂੰ ਹਰ ਵਕਤ ਹਰ ਸਮੇਂ ਮੈਨੂੰ ਪਾਲ ਰਿਹਾ ਹੈ, ਤੇ ਫਿਰ ਮੈਂ ਕਿਸੇ ਹੋਰ ਦੀ ਮੁਸ਼ੰਦਗੀ, ਕਿਸੇ ਹੋਰ ਦੀ ਮੁਤਾਜੀ, ਕਿਸੇ ਹੋਰ ਦੇ ਅੱਗੇ ਜਾ ਕੇ ਕਿਉਂ ਨੱਕ ਰਗੜਦਾ ਫਿਰਾਂ। ਮੈਂ ਸਮਾਜ ਦੇ ਅੰਦਰ ਹੋਰ ਇੱਧਰ ਉੱਧਰ ਅਗਿਆਨਤਾ, ਅਵਿਦਿਆ ਜਾਂ ਮਾਇਆ ਜਾਂ ਹੋਰ ਇੱਧਰ ਆਪਣਾ ਸਮਾਂ ਕਿਉਂ ਖਰਾਬ ਕਰਾਂ, ਜਦੋਂ ਮੈਨੂੰ ਪਤਾ ਹੈ ਵੀ ਤੂੰ ਹਰ ਵਕਤ ਮੇਰੀ ਪ੍ਰਤਪਾਲਨਾ ਕਰਦਾ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਹਸ਼ੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਸਤਿਗੁਰੂ ਮੈਂ ਆਪਣਾ ਆਪ ਤੇਰੇ ਅੱਗੇ ਰੱਖਿਆ, ਭੇਟਾ ਕੀਤਾ ਹੈ। ਤੇ ਜਦੋਂ ਆਪਣੇ ਆਪ ਇਹ ਵਿਸ਼ਵਾਸ ਸਾਡੇ ਅੰਦਰ ਬਣ ਜਾਏ ਨਾ, ਹੁਣ ਆ ਸੰਗਤ ਵਿੱਚ ਅਸੀਂ ਬੈਠੇ ਆ, ਬੜੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ, ਸਤਿਗੁਰਾਂ ਨੇ ਕੀਤੀ ਹੈ। ਸੰਗਤ ਵਿੱਚ ਬੈਠ ਕੇ ਅਸੀਂ ਆਪਣੇ ਆਪ ਨੂੰ ਖੋਜਣ ਵਾਸਤੇ ਆਏ ਆ ਨਾ, ਆਪਣੇ ਆਪ ਨੂੰ ਰੋਜ਼, ਕਿਉਂਕਿ 4 ਕਰਮ ਨੇ ਸਤਿਗੁਰਾਂ ਦੀ ਬਾਣੀ ਵਿੱਚ ਦੱਸੇ। 2 ਕਰਮ ਬੰਦਾ ਕਿਤੇ ਵੀ ਬੈਠਾ ਹੋਵੇ, ਘਰੇ ਬੈਠਾ ਹੋਵੇ, ਆਪਣੇ ਆਫਿਸ ਬੈਠਾ ਹੋਵੇ, ਇੱਧਰ ਉੱਧਰ ਕਿਤੇ ਬੈਠਾ ਹੋਵੇ, ਉਹ ਕਰ ਸਕਦਾ ਹੈ। ਕਿਹੜੇ ਕਰਮ? ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਮਹਾਰਾਜ ਕਹਿੰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰਨੀ, ਜ਼ੁਬਾਨ ਤੋਂ ਉਹਦੇ ਨਾਮ ਨੂੰ ਉਚਾਰਨ ਕਰਨਾ। ਬੰਦਾ ਕਿਤੇ ਬੈਠਾ ਹੈ, ਕੰਮ ਕਰ ਰਿਹਾ ਹੈ, ਤਾਂ ਵੀ ਅੰਤਰ ਗੁਰ ਆਰਾਧਨਾ, ਅੰਦਰ ਆਪਣੇ ਗੁਰੂ ਦੀ ਆਰਾਧਨਾ ਕਰ ਸਕਦਾ ਹੈ। ਆਪਣੇ ਪਰਿਵਾਰ ਦੇ ਵਿੱਚ ਵਿਚਰਦਾ ਹੈ, ਜ਼ੁਬਾਨ ਤੋਂ ਵਾਹਿਗੁਰੂ 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 ਆਖ ਸਕਦਾ ਹੈ। ਜਾਂ ਕੋਈ ਹੋਰ ਕੰਮ ਕਰਦਾ ਹੈ, ਗੱਡੀ ਚਲਾ ਰਿਹਾ, ਕੁਝ ਕਰ ਰਿਹਾ ਹੈ, ਇਹ 2 ਕਰਮ ਹਰ ਇੱਕ ਬੰਦਾ ਕਿਤੇ ਬੈਠਾ ਹੋਵੇ, ਵਿਚਰਦਾ ਹੋਵੇ, ਸਮਾਜ ਦੇ ਅੰਦਰ ਕਰ ਸਕਦਾ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਤੇ ਤੀਜਾ ਕੰਮ ਮਹਾਰਾਜ ਕਹਿੰਦੇ ਨੇਤਰੀ ਸਤਿਗੁਰ ਵੇਖਣਾ। ਕਹਿੰਦੇ ਵੀ ਇਹਨਾਂ ਨੇਤਰਾਂ ਤੋਂ ਸਤਿਗੁਰੂ ਨੂੰ ਵੇਖਣਾ, ਇਹਨਾਂ ਨੇਤਰਾਂ ਤੋਂ ਸਤਿਗੁਰੂ ਨੂੰ, ਅਕਾਲ ਪੁਰਖ ਦੇ ਦੀਦਾਰ ਕਰਨੇ, ਦਰਸ਼ਨ ਕਰਨੇ। ਤੇ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਨਿਰੰਕਾਰ ਨੂੰ, ਵਾਹਿਗੁਰੂ ਨੂੰ, ਕਰਤੇ ਨੂੰ ਚੇਤੇ ਕਰਨਾ। ਕਹਿੰਦੇ ਵੀ ਇਹ ਕਰਮ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ, ਔਰ ਵਿਦਾਂਤ ਦਾ ਬੜਾ ਪਿਆਰਾ ਇੱਕ ਸੂਤਰ ਹੈ, ਉਹ ਕਹਿੰਦੇ ਵੀ ਜਦੋਂ ਅਸੀਂ ਕਹਿੰਦੇ ਆ ਨਾ ਵੀ ਪਰਮਾਤਮਾ ਦੀ ਕਿਰਪਾ ਹੋਵੇਗੀ, ਗੁਰੂ ਦੀ ਕਿਰਪਾ ਹੋਵੇਗੀ, ਫਿਰ ਆ ਕੰਮ ਕਰਾਂਗਾ, ਫਿਰ ਇੱਧਰ ਜਾਵਾਂਗਾ, ਉੱਧਰ ਜਾਵਾਂਗਾ। ਤੇ ਬੜਾ ਪਿਆਰਾ ਵਿਦਾਂਤ ਨੇ ਇੱਕ ਗੱਲ ਕਹੀ, ਕਹਿੰਦੇ ਵੀ ਰਾਮ ਮਇਆ ਸਤਿਗੁਰ ਦਇਆ ਸਾਧ ਸੰਗ ਜਬ ਹੋਏ। ਕਹਿੰਦੇ ਵੀ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਮਇਆ, ਉਹਦੀ ਬਖਸ਼ਿਸ਼, ਉਹਦੀ ਰਹਿਮਤ ਹੁੰਦੀ ਹੈ, ਸਤਿਗੁਰੂ ਦਇਆ, ਸਤਿਗੁਰੂ ਤਰਸ ਕਰਦੇ ਨੇ, ਗੁਰੂ ਕਿਰਪਾ ਕਰਦੇ ਨੇ, ਤਰਸ ਦੇ ਘਰ ਵਿੱਚ ਆਉਂਦੇ ਹੈ। ਤੇ ਸਾਧ ਸੰਗ ਜਬ ਹੋਏ, ਜਦੋਂ ਸਤਿਗੁਰੂ ਦੀ ਸੰਗਤ ਪ੍ਰਾਪਤ ਹੋ ਜਾਏ। ਹੁਣ ਵੱਡੇ ਭਾਗ ਨੇ ਨਾ ਵੀ ਅਕਾਲ ਪੁਰਖ ਨੇ ਰਹਿਮਤ ਕੀਤੀ, ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਦਇਆ ਕੀਤੀ, ਤੇ ਸਤਿਗੁਰਾਂ ਦੇ ਸ਼ਹੀਦੀ ਅਸਥਾਨ ਤੇ ਆਪਾਂ ਸਾਰੇ ਸੰਗਤ ਵਿੱਚ ਬੈਠ ਕੇ ਗੁਰੂ ਦੀ ਉਪਮਾ, ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਆ। ਕਹਿੰਦੇ ਰਾਮ ਮਇਆ ਸਤਿਗੁਰ ਦਇਆ ਸਾਧ ਸੰਗ ਜਬ ਹੋਏ, ਤਬ ਪ੍ਰਾਨੀ ਜਾਣੈ ਕਛੂ ਰਹਿਓ ਬਿਖੈ ਰਸ ਭੋਏ। ਕਹਿੰਦੇ ਜਦੋਂ ਇਹ ਸਤਿਗੁਰੂ ਦੀਆਂ ਰਹਿਮਤਾਂ ਹੁੰਦੀਆਂ ਨੇ ਨਾ, ਤੇ ਤਬ ਪ੍ਰਾਨੀ ਜਾਣੈ ਕਛੂ, ਤਦੋਂ ਪ੍ਰਾਨੀ ਕੁਝ ਗਿਆਨ ਦੀ ਗੱਲ ਸਿੱਖਦਾ ਹੈ, ਗਿਆਨ ਪ੍ਰਾਪਤ ਕਰਦਾ ਹੈ। ਹਰ ਰੋਜ਼ ਇੱਥੇ ਕਥਾ ਹੁੰਦੀ ਹੈ, ਆਪ ਨਿਤਾ ਪ੍ਰਤੀ ਸਰੋਤੇ ਬਣ ਕੇ ਸੁਣਦੇ ਹੋ। ਕੁਝ ਨਾ ਕੁਝ ਗੱਲ ਤੇ ਸਾਡੇ ਅੰਦਰ ਜਾਂਦੀ ਹੈ ਨਾ ਕੁਝ ਤੇ ਅਸੀਂ ਸ਼ਬਦਾਂ ਨੂੰ ਆਪਣੇ ਹਿਰਦੇ 'ਚ ਸੁਣਦੇ ਆ। ਚਲੋ ਸਾਰੀਆਂ ਗੱਲਾਂ ਨਾ ਮੰਨਣੀਆਂ ਹੋਣ, ਕੁਝ ਨਾ ਕੋਈ ਇੱਕ ਅੱਧੀ ਗੱਲ ਤੇ ਬੰਦਾ ਮੰਨਦਾ ਹੈ ਨਾ, ਇੱਕ ਅੱਧੀ ਗੱਲ ਤੇ ਬੰਦੇ ਦੇ ਮਨ ਨੂੰ, ਹਿਰਦੇ ਨੂੰ ਟੁੰਬਦੀ ਹੈ ਕਿ ਮਨਾ ਆਹ ਗੱਲ ਸੁਣ ਕੇ ਆਇਆ, ਥੋੜਾ ਬਹੁਤਾ ਜਿੰਨਾ ਪਹਿਰਾ ਦਿੱਤਾ ਜਾ ਸਕਦਾ ਇਸ ਗੱਲ ਤੇ ਦਿੱਤਾ ਜਾਵੇ। ਕਹਿੰਦੇ ਤਬ ਪ੍ਰਾਨੀ ਜਾਣੈ ਕਛੂ, ਤਦੋਂ ਪ੍ਰਾਨੀ ਕੁਝ ਨਾ ਕੁਝ ਜਾਣਦਾ ਹੈ, ਗਿਆਨ ਰੱਖਦਾ ਹੈ। ਰਹਿਓ ਬਿਖੈ ਰਸ ਭੋਏ। ਤੇ ਜੇ ਇਹ ਰਾਮ ਦੀ ਮਇਆ, ਸਤਿਗੁਰੂ ਦਇਆ ਤੇ ਸਾਧ ਸੰਗਤ ਤੋਂ ਪਾਸੇ ਹੋ ਜਾਏ, ਲਾਂਭੇ ਹੋ ਜਾਏ, ਤੇ ਕਹਿੰਦੇ ਫਿਰ ਬਿਖੈ ਰਸ, ਦੁਨੀਆ ਦੇ ਰਸਾਂ ਵਿੱਚ, ਦੁਨੀਆ ਦੇ ਪਦਾਰਥਾਂ ਵਿੱਚ ਗਚਤ ਰਹਿੰਦਾ, ਗੁਲਤਾਨ ਰਹਿੰਦਾ ਹੈ, ਦੁਨੀਆ ਦੇ ਪਦਾਰਥਾਂ ਵਿੱਚ ਮਸਤ ਹੋਇਆ ਰਹਿੰਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਤੇ ਤੁਰਨਾ ਇਹਨੂੰ ਚੇਤੇ ਹੀ ਨਹੀਂ ਆਉਂਦਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਦੋਂ ਸਤਿਗੁਰੂ ਰਹਿਮਤ ਕਰਦਾ ਹੈ, ਉਹ ਪ੍ਰਭੂ ਪਤੀ ਦੀ ਪ੍ਰਾਪਤੀ ਹੋ ਜਾਏ, ਮਿਲਾਪ ਹੋ ਜਾਏ, ਮਿਲ ਪਏ, ਤੇ ਫਿਰ ਕਹਿੰਦੇ ਇਹ ਅਵਿਦਿਆ, ਇਹ ਅਗਿਆਨਤਾ ਤੋਂ ਉਹਨੇ ਵੱਖ ਕਰ ਦਿੱਤਾ। ਦੇਰ ਜਠਾਣੀ ਮੁਈ ਦੁਖ ਸੰਤਾਪ।
ਦੇਰ ਤੋਂ ਭਾਵ ਹੈ ਦਰਾਣੀ ਜਿਠਾਣੀ। ਕਹਿੰਦੇ ਵੀ ਇਹ ਹੁਣ ਆਸਾ ਤੇ ਤ੍ਰਿਸ਼ਨਾ ਰੂਪੀ, ਆਸਾ ਰੂਪੀ ਦਰਾਣੀ ਹੈ ਤੇ ਤ੍ਰਿਸ਼ਨਾ ਰੂਪੀ ਜਿਠਾਣੀ। ਹੁਣ ਕਹਿੰਦੇ ਵੀ ਇਹਨਾਂ ਵੀ ਮੈਨੂੰ ਬੜਾ ਦੁੱਖ ਦਿੱਤਾ ਹੋਇਆ ਹੈ। ਆਸਾ ਦਾ ਆਪਣਾ ਹੈ, ਤ੍ਰਿਸ਼ਨਾ ਦਾ ਆਪਣਾ ਹੈ। ਆਸਾ ਦੇ ਅਧੀਨ ਹੋ ਕੇ ਜੀਵਨ ਬਤੀਤ ਕੀਤਾ, ਤ੍ਰਿਸ਼ਨਾ ਦੇ ਅਧੀਨ ਹੋ ਕੇ ਜੀਵਨ ਬਤੀਤ ਕੀਤਾ। ਨਾ ਆਸਾ ਖਹਿੜਾ ਛੱਡਦੀ, ਨਾ ਤ੍ਰਿਸ਼ਨਾ ਖਹਿੜਾ ਛੱਡਦੀ। ਬੜਾ ਦੁੱਖ ਹੈ, ਬੜਾ ਸੰਤਾਪ ਹੈ। ਕੀਤਾ ਕੀ ਜਾਵੇ, ਨਾ ਆਸਾ ਤੋਂ ਬੰਦਾ ਪਾਸੇ ਜਾ ਸਕਦਾ। ਹੁਣ ਆਸਾ ਵੀ ਮਨ ਅੰਦਰ ਇੰਨੀ ਆ, ਹਰ ਰੋਜ਼ ਕੋਈ ਨਾ ਕੋਈ ਬੰਦੇ ਦੇ ਮਨ ਦੀ ਆਸਾ ਪ੍ਰਗਟ ਹੁੰਦੀ ਹੈ। ਇੱਕ ਅੱਜ ਕੁਝ ਮਿਲ ਗਿਆ, ਅਗਲੇ ਦਿਨ ਦੂਜੀ ਆਸਾ, ਤੀਜੇ ਦਿਨ ਤੀਜੀ ਆਸਾ, ਚੌਥੇ ਦਿਨ ਚੌਥੀ ਆਸਾ। ਰੋਜ਼ ਕੋਈ ਨਾ ਕੋਈ ਆਸਾ ਦੇ ਅਧੀਨ ਹੋ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਤੇ ਫਿਰ ਇਸ ਤੋਂ ਵੀ ਜੇ ਇਹ ਵੀ ਥੋੜਾ ਬਹੁਤਾ ਚਲੋ ਬੰਦਾ ਮੁਸ਼ੱਕਤ ਕਰਕੇ ਅੱਗੇ ਲੰਘ ਵੀ ਜਾਏ ਤੇ ਫਿਰ ਅੱਗੇ ਤ੍ਰਿਸ਼ਨਾ ਮੂੰਹ ਅੱਡੀ ਕਾੜੀ, ਤ੍ਰਿਸ਼ਨਾ ਤੋਂ ਪਾਸੇ ਕਿਵੇਂ ਜਾਏ। ਪਰ ਤ੍ਰਿਸ਼ਨਾ ਤੇ ਇੰਨੀ ਕੁ ਘਾਤਕ ਹੈ, ਜਿਹੜਾ ਵਿਦਾਂਤ ਹੈ ਨਾ ਉਹ ਮੰਨਦਾ ਹੈ। ਜਿਵੇਂ ਆਪਾਂ ਸਮਾਜੀ ਬਾਹਰੀ ਰਿਸ਼ਤੇ ਬਣਾਏ ਹੈ ਨਾ, ਪਤੀ ਪਤਨੀ ਦਾ ਰਿਸ਼ਤਾ, ਤੇ ਉਹਨਾਂ ਕਿਹਾ ਵੀ ਜਿਹੜੀ ਇਹ ਆਸਾ ਹੈ ਨਾ ਇਹ ਅਹੰਕਾਰ ਦੇ ਘਰ ਵਾਲੀ ਹੈ, ਜਿਹੜੀ ਤ੍ਰਿਸ਼ਨਾ ਇਹ ਲੋਭ ਦੇ ਘਰ ਵਾਲੀ ਹੈ। ਤੇ ਜਿੱਥੇ ਇਸ ਤਰੀਕੇ ਦੇ ਨਾਲ ਸਮਾਜ ਦੇ ਅੰਦਰ ਠੱਗਣ ਵਾਲੇ ਠੱਗ ਬੈਠੇ ਹੋਣ, ਇੱਕ ਤੋਂ ਪਾਸਾ ਕੀਤਾ ਦੂਜਾ ਅੱਗੇ ਹੈ, ਤੀਜੇ ਤੋਂ ਪਾਸਾ ਕੀਤਾ ਚੌਥਾ ਅੱਗੇ ਹੈ, ਕਿੰਨਿਆਂ ਕੁ ਤੋਂ ਬਚਾਂਗੇ? ਕਿੰਨਿਆਂ ਕੁ ਤੋਂ ਆਪਣੇ ਆਪ ਨੂੰ ਬੰਦਾ ਆਪ ਬਚਾ ਸਕਦਾ ਹੈ? ਬਾਬਾ ਕਬੀਰ ਸਾਹਿਬ ਨੇ ਕਿਰਪਾ ਕੀਤੀ ਨਾ, ਕਹਿੰਦੇ ਵੀ 25 ਤੱਤ ਨੇ, 5 ਅਹੰਕਾਰ ਨੇ, ਫਿਰ ਹੋਰ ਕਿੰਨਾ ਕੁਝ ਹੈ ਇਕੱਠਾ ਕੀਤਾ। ਬੜਾ ਪਿਆਰਾ ਸ਼ਬਦ ਬਾਬਾ ਕਬੀਰ ਸਾਹਿਬ ਦਾ, ਕਿਉਂ ਲੀਜੈ ਗੜ ਬੰਕਾ ਭਾਈ, ਦੋਬਰ ਕੋਟ ਔਰ ਤੇਵਰ ਖਾਈ, ਇਹ ਸ਼ਬਦ ਹੈ। ਇਹਦੇ ਵਿੱਚ ਕਿਰਪਾ ਕੀਤੀ ਵੀ ਇਹ ਸਾਰੇ ਮੈਨੂੰ ਘੇਰਾ ਪਾਈ ਬੈਠੇ ਨੇ, ਇੱਕ ਤੋਂ ਬਚਾ ਦੂਜਾ, ਦੂਜੇ ਤੋਂ ਬਚਾ ਤੀਜਾ ਹੈ। ਏਦਾਂ ਬਚ ਬਚਾ ਕੇ ਕਿੰਨਿਆਂ ਕੁ ਤੋਂ ਮੈਂ ਆਪਣੇ ਆਪ ਨੂੰ ਬਚਾਵਾਂਗਾ, ਤੇ ਆਖਰ ਕਦੇ ਨਾ ਕੋਈ ਵਿਕਾਰ ਮੈਨੂੰ ਡਸ ਲਵੇਗਾ, ਡੰਗ ਲਵੇਗਾ, ਕਿਸੇ ਨਾ ਕਿਸੇ ਤੋਂ ਮੈਂ ਠੱਗਿਆ ਜਾਵਾਂਗਾ। ਫਿਰ ਭਗਤ ਕਬੀਰ ਸਾਹਿਬ ਨੇ ਅੰਤ ਵਿੱਚ ਜਾ ਕੇ ਕਿਰਪਾ ਕੀਤੀ, ਕਹਿੰਦੇ ਵੀ ਇਹਨਾਂ ਸਭਨਾ ਤੋਂ ਜੇ ਤੈਨੂੰ ਕੋਈ ਆਜ਼ਾਦ ਕਰਵਾ ਸਕਦਾ ਹੈ, ਬਚਾ ਸਕਦਾ ਹੈ, ਤੇ ਉਹ ਸਤਿਗੁਰੂ ਬਚਾ ਸਕਦਾ ਹੈ। ਸਤਿਗੁਰੂ ਬਚਾ ਸਕਦਾ ਹੈ, ਸਤਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ, ਜਿਹੜਾ ਇਹਨਾਂ ਤੱਤਾਂ, ਇਹਨਾਂ ਵਿਕਾਰਾਂ ਤੋਂ, ਇਹ ਸਭ ਲੋਭ ਅਹੰਕਾਰ ਆਸਾ ਤ੍ਰਿਸ਼ਨਾ ਤੋਂ ਤੇਰੀ ਰੱਖਿਆ ਕਰ ਸਕੇ, ਬਚਾ ਸਕਦਾ ਹੈ। ਤੇ ਭਲਿਆ ਕਰਤਾ ਪੁਰਖ ਨਿਰੰਕਾਰ ਵਾਹਿਗੁਰੂ ਬਚਾ ਸਕਦਾ ਹੈ। ਇਸ ਤੋਂ ਇਲਾਵਾ ਕੋਈ ਹੋਰ ਹੈ ਦੂਜਾ ਥਾਂ ਨਹੀਂ ਜਿੱਥੇ ਜਾ ਕੇ ਤੂੰ ਬਚ ਸਕੇ, ਜਿੱਥੇ ਤੈਨੂੰ ਬਚਣ ਦੀ ਕੋਈ ਆਸਾ ਦੀ ਕਿਰਨ ਦਿਖਾਈ ਦੇ ਸਕੇ। ਨਹੀਂ, ਮਹਾਰਾਜ ਕਹਿੰਦੇ ਆਸਾ ਤੇ ਤ੍ਰਿਸ਼ਨਾ ਦਰਾਣੀ ਦੇ ਜਿਠਾਣੀ ਰੂਪੀ ਵਿੱਚ ਕਹਿੰਦੇ ਬੜਾ ਦੁੱਖ ਦਿੱਤਾ ਹੈ। ਕਹਿੰਦੇ ਵੀ ਆਸਾ ਦਾ ਆਪਣਾ ਦੁੱਖ ਹੈ, ਤ੍ਰਿਸ਼ਨਾ ਦਾ ਆਪਣਾ ਦੁੱਖ ਹੈ। ਪਰ ਤ੍ਰਿਸ਼ਨਾ ਦੇ ਵਿੱਚ ਲਾਲਸਾ, ਲਾਲਚ, ਲੋਭ ਇਹ ਤੇ ਐਸਾ ਹੈ ਵੀ ਬੰਦੇ ਨੂੰ ਸਭ ਕੁਝ ਭੁਲਾ ਦਿੰਦਾ। ਕਿਤੇ ਤ੍ਰਿਸ਼ਨਾ ਬੰਦੇ ਦੇ ਅੰਦਰ ਆ ਜਾਏ ਨਾ, ਲਾਲਚ ਆ ਜਾਏ, ਲੱਭ ਆ ਜਾਏ, ਲੋਭ ਆ ਜਾਏ, ਤੇ ਜਦੋਂ ਇਹ ਸਾਰੇ ਇਕੱਠੇ ਹੋ ਜਾਣ ਤੇ ਫਿਰ ਬੰਦਾ ਕੁਝ ਵੀ ਕਰਨ ਵਾਸਤੇ ਤਿਆਰ। ਇੱਕ ਵਿਦਵਾਨ ਪਾਸੋਂ ਇੱਕ ਗਾਥਾ ਸੁਣੀ ਸੀ ਇਸੇ ਹੀ ਲੋਭ ਦੀ, ਲਾਲਚ ਦੀ। ਕਹਿੰਦੇ ਵੀ ਕੋਈ ਬ੍ਰਾਹਮਣ ਸੀ, ਹਰ ਰੋਜ਼ ਉਹਨੇ ਸਵੇਰੇ ਉੱਠਣਾ, ਇੱਕ ਨਦੀ ਸੀ, ਨਦੀ ਤੇ ਜਾ ਕੇ ਇਸ਼ਨਾਨ ਪਾਣ, ਸ਼ੌਚ ਇਸ਼ਨਾਨ ਕਰਨਾ, ਫਿਰ ਆਪਣੇ ਮੰਤਰਾਂ ਦਾ ਜਾਪ ਕਰਨਾ, ਫਿਰ ਆਪਣਾ ਕੰਮ ਕਾਜ। ਤੇ ਜਦੋਂ ਉਹ ਆਪਣੇ ਘਰ ਤੋਂ ਨਦੀ ਤੱਕ ਜਾਂਦਾ ਹੈ ਨਾ, ਤੇ ਰਸਤੇ ਦੇ ਵਿੱਚ ਇੱਕ ਫਕੀਰ ਦੀ, ਇੱਕ ਰੱਬ ਦੇ ਪਿਆਰੇ ਦੀ ਝੁੱਗੀ ਵੇਖਦਾ ਹੈ। ਉਹ ਫਕੀਰ ਬੈਠਾ ਆਪਣੀ ਮਸਤੀ ਦੇ ਵਿੱਚ, ਆਪਣੇ ਇਸ਼ਟ ਨੂੰ, ਆਪਣੇ ਪਰਮਾਤਮਾ ਨੂੰ, ਆਪਣੇ ਅਕਾਲ ਪੁਰਖ ਨੂੰ ਚੇਤੇ ਕਰਦਾ, ਜਪਦਾ ਪਿਆ, ਧਿਆਉਂਦਾ ਪਿਆ। ਤੇ ਕਿੰਨਾ ਸਮਾਂ ਇਹ ਰੋਜ਼ ਲੰਘਦਾ ਹੈ, ਉਹਨੂੰ ਵੇਖਦਾ ਹੈ, ਫਿਰ ਲੰਘਦਾ, ਫਿਰ ਵੇਖਦਾ। ਇੱਕ ਦਿਨ ਮਨ ਵਿੱਚ ਖਿਆਲ ਪੈਦਾ ਹੋਇਆ, ਕਹਿੰਦੇ ਵੀ ਇੰਨਾ ਸਮਾਂ ਹੋ ਗਿਆ ਮੈਂ ਇਸ ਫਕੀਰ ਨੂੰ ਵੇਖਣਾ, ਇਹ ਆਪਣੀ ਮਸਤੀ ਵਿੱਚ ਬੈਠਾ ਹੁੰਦਾ ਜਪਣ ਲਈ, ਕਿਉਂ ਨਾ ਇਹਦੇ ਕੋਲ ਜਾ ਕੇ ਕੋਈ ਸਵਾਲ ਪੁੱਛਿਆ ਜਾਵੇ, ਗੱਲਬਾਤ ਕੀਤੀ ਜਾਵੇ, ਕੁਝ ਨਾ ਕੁਝ ਤੇ ਸਿੱਖਣ ਨੂੰ ਮਿਲੇਗਾ ਨਾ। ਚਲੇ ਗਿਆ, ਜਾ ਕੇ ਕਹਿੰਦਾ ਫਕੀਰ ਸਾਹਿਬ, ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਵੇਖਦਾ ਹਾਂ, ਤੁਸੀਂ ਬੜੀ ਇਕਾਗਰਤਾ ਦੇ ਵਿੱਚ ਬੈਠੇ ਪਰਮਾਤਮਾ ਨੂੰ ਜਪਦੇ ਹੁੰਦੇ ਹੋ, ਪਰਮਾਤਮਾ ਦਾ ਨਾਮ ਧਿਆ ਰਹੇ ਹੁੰਦੇ ਹੋ। ਤੇ ਮੇਰੇ ਮਨ ਵਿੱਚ ਖਿਆਲ ਪੈਦਾ ਆਇਆ ਹੈ ਵੀ ਜਿਹੜਾ ਪ੍ਰਸ਼ਨ ਜਾਂ ਜਿਹੜੇ ਸਵਾਲ ਦਾ ਉੱਤਰ ਸਮਾਜ ਦੇ ਲੋਕ, ਦੁਨੀਆ ਦੇ ਲੋਕ ਨਾ ਦੇ ਸਕਣ, ਉਹ ਰੱਬ ਦੇ ਪਿਆਰੇ, ਪਰਮਾਤਮਾ ਦੇ ਪੁਕਾਰੇ ਪਿਆਰੇ ਤੁਹਾਡੇ ਵਰਗੇ ਫਕੀਰ ਜਨ, ਸਾਧ ਜਨ ਰੱਬ ਨੂੰ ਜਪਣ ਵਾਲੇ ਦੇ ਸਕਦੇ ਹੈ। ਤੇ ਤੁਹਾਡੀ ਆਗਿਆ ਹੋਵੇ ਤੇ ਇੱਕ ਮੈਂ ਸਵਾਲ ਤੁਹਾਨੂੰ ਕਰ ਸਕਦਾ। ਉਹ ਫਕੀਰ ਕਹਿੰਦਾ ਦੱਸੋ ਜੀ, ਤੁਹਾਡਾ ਕੀ ਸਵਾਲ ਹੈ, ਕੀ ਪੁੱਛਣਾ ਚਾਹੁੰਦੇ ਹੋ?
ਉਹ ਕਹਿੰਦਾ ਵੀ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਸ ਸੰਸਾਰ ਦੇ ਅੰਦਰ ਪਾਪ ਦਾ ਬਾਪ ਕੌਣ ਹੈ? ਪਾਪ ਦਾ ਬਾਪ, ਪਾਪ ਸ਼ੁਰੂ ਕਿੱਥੋਂ ਹੁੰਦਾ ਹੈ? ਪਾਪ ਕਰਨ ਵਾਸਤੇ ਬੰਦਾ ਕਿਉਂ ਤਿਆਰ ਹੋ ਜਾਂਦਾ ਹੈ? ਪਾਪ ਦਾ ਬਾਪ ਕੌਣ ਹੈ? ਉਹ ਫਕੀਰ ਬੜਾ ਦਾਨਾ ਸੀ, ਬੜਾ ਸਿਆਣਾ ਸੀ। ਉਹ ਕਹਿੰਦਾ ਵੀ ਇਹ ਉੱਤਰ ਤੁਹਾਨੂੰ ਮੈਂ ਦੇ ਦਿਆਂਗਾ, ਤੁਸੀਂ ਕੱਲ ਇਸੇ ਟਾਈਮ ਮੇਰੇ ਕੋਲ ਆਉਣਾ ਹੈ। ਰਾਤ ਹੋਈ, ਸਵੇਰ ਹੋਈ, ਸਵੇਰੇ ਉਹ ਬ੍ਰਾਹਮਣ ਆਇਆ, ਇਸ਼ਨਾਨ ਕੀਤਾ, ਫਿਰ ਉਹ ਫਕੀਰ ਕੋਲ ਗਿਆ। ਕਹਿੰਦਾ ਜੀ ਵੀ ਮੈਂ ਆ ਗਿਆ ਤੇ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਸੀ ਵੀ ਪਾਪ ਦਾ ਬਾਪ ਕੌਣ, ਤੇ ਤੁਸੀਂ ਕਿਹਾ ਸੀ ਵੀ ਕੱਲ ਆ ਜਾਣਾ, ਮੈਂ ਅੱਜ ਆਇਆ ਹੈ ਤੇ ਮੇਰੇ ਸਵਾਲ ਦੀ ਨਿਵਰਤੀ ਕਰੋ। ਫਕੀਰ ਕਹਿੰਦਾ ਵੀ ਤੁਹਾਡੇ ਸਵਾਲ ਦਾ ਉੱਤਰ ਬਿਲਕੁਲ ਤਿਆਰ ਬਰ ਤਿਆਰ ਹੈ, ਬਸ ਇਹਦੇ ਤੋਂ ਪਹਿਲਾਂ ਮੈਂ ਸੋਚਦਾ ਵੀ ਮੇਰਾ ਇੱਕ ਛੋਟਾ ਜਿਹਾ ਕੰਮ ਹੈ, ਜੇ ਬ੍ਰਾਹਮਣ ਜੀ ਤੁਸੀਂ ਕਰ ਦਿਓ ਤੇ ਤੁਹਾਡਾ ਬੜਾ ਧੰਨਵਾਦ ਹੋਏਗਾ। ਬ੍ਰਾਹਮਣ ਕਹਿੰਦਾ ਵੀ ਦੱਸੋ ਕੀ ਕੰਮ ਹੈ ਤੁਹਾਡਾ? ਉਹ ਫਕੀਰ ਕਹਿੰਦਾ ਵੀ ਮੇਰੇ ਕੋਲ ਨਾ ਇੱਕ ਪਾਰਸ ਹੈ, ਇਹ ਪਾਰਸ ਐਸੀ ਧਾਤ ਹੈ ਵੀ ਇਹਨੂੰ 9 ਧਾਤਾਂ ਨਾਲ ਟੱਚ ਕੀਤਾ ਜਾਏ, ਜਿਵੇਂ ਚਾਂਦੀ ਹੋ ਗਈ, ਤਾਂਬਾ ਹੋ ਗਿਆ, ਪਿੱਤਲ ਹੋ ਗਿਆ, ਲੋਹਾ ਹੋ ਗਿਆ, ਇਹ ਜਿਹੜੀਆਂ 9 ਧਾਤਾਂ ਨੂੰ ਸਪਰਸ਼ ਕਰੇਗਾ ਤੇ ਇਹ ਸੋਨਾ ਬਣ ਜਾਣਗੀਆਂ, ਸੋਨੇ 'ਚ ਤਬਦੀਲ ਹੋ ਜਾਣਗੀਆਂ। ਪਰ ਮੈਂ ਇਹ ਦੇਣਾ ਗਰੀਬ ਤੋਂ ਗਰੀਬ ਬੰਦੇ ਨੂੰ ਚਾਹੁੰਦਾ ਵੀ ਜਿਹੜਾ ਬੜਾ ਹੀ ਗਰੀਬ ਹੋਵੇ, ਵੀ ਚਲੋ ਉਹਦਾ ਜੀਵਨ ਚੰਗਾ ਹੋ ਜਾਏ, ਉਹਦਾ ਜੀਵਨ ਢੰਗ ਦੇ ਨਾਲ ਅਮੀਰੀ ਵਾਲੇ ਪਾਸੇ ਚਲਾ ਜਾਏ, ਤੇ ਪਾਰਸ ਮੈਂ ਉਹਨੂੰ ਦੇਣਾ ਚਾਹੁੰਦਾ ਹੈ। ਜੇ ਕੋਈ ਤੁਹਾਡੀ ਨਜ਼ਰ ਦੇ ਵਿੱਚ ਗਰੀਬ ਹੋਵੇ, ਇਸ ਤਰ੍ਹਾਂ ਦਾ ਜਿਹੜਾ ਲੋੜਵੰਦ ਹੋਵੇ, ਤੇ ਮੈਨੂੰ ਦੱਸ ਦਿਓ। ਹੁਣ ਮਨ ਦੇ ਅੰਦਰ ਇਹ ਜਿਹੜੀ ਸਤਿਗੁਰੂ ਨੇ ਰਹਿਮਤ ਕੀਤੀ ਹੈ ਵੀ ਆਸਾ ਤੇ ਤ੍ਰਿਸ਼ਨਾ ਅੰਦਰ ਉਛਾਲਾ ਮਾਰਿਆ। ਕਹਿੰਦੇ ਵੀ ਹੁਣ ਪਾਰਸ ਹੈ ਤੇ ਧਾਤਾਂ ਨੂੰ ਟੱਚ ਕੀਤਿਆਂ ਲੋਹਾ ਘਰੇ ਜਿੰਨਾ ਪਿਆ ਸਾਰਾ ਸੋਨਾ ਬਣਾ ਦਿਆਂਗਾ, ਜਿੰਨਾ ਪਿੱਤਲ ਪਿਆ ਸੋਨਾ ਬਣਾ ਦਿਆਂਗਾ, ਸਭ ਕੁਝ ਹੈ। ਕਹਿੰਦੇ ਵੀ ਮਨ ਦੇ ਅੰਦਰ ਪੈਦਾ ਹੋ ਗਈ ਇਹ ਤ੍ਰਿਸ਼ਨਾ। ਅੱਗੇ ਹੱਥ ਜੋੜੇ ਕਹਿੰਦੇ ਵੀ ਫਕੀਰ ਜੀ ਜੇ ਤੁਸੀਂ ਕਿਰਪਾ ਕਰੋ ਤੇ ਹੈ ਤੇ ਮੈਂ ਵੀ ਗਰੀਬ ਹਾਂ, ਕੋਈ ਬਹੁਤਾ ਮੇਰੇ ਕੋਲ ਅਮੀਰੀ ਵਾਲਾ ਤੇ ਹੈ ਨਹੀਂ, ਵੀ ਮੈਂ ਤੇ ਆਪਣਾ ਗੁਜ਼ਾਰਾ ਮਸਾ ਕਰਦਾ ਹੈ, ਜੇ ਤੁਸੀਂ ਕਿਰਪਾ ਕਰੋ ਤੇ ਇਹ ਮੇਰੀ ਝੋਲੀ ਪਾ ਦਿਓ। ਉਹ ਫਕੀਰ ਕਹਿੰਦਾ ਵੀ ਠੀਕ ਹੈ ਭਲਿਆ, ਤੂੰ ਇਹ ਲੈ ਲੈ, ਪਰ ਇਹ ਪਾਰਸ ਲੈਣ ਤੋਂ ਪਹਿਲਾਂ ਮੇਰੀ ਇੱਕ ਸ਼ਰਤ ਹੈ। ਉਹ ਕਹਿੰਦਾ ਵੀ ਦੱਸੋ ਕੀ ਸ਼ਰਤ ਹੈ? ਉਹ ਕਹਿੰਦਾ ਵੀ ਮੇਰੇ ਕੋਲ ਬੱਕਰੀ ਹੈ, ਇੱਕ ਭਾਂਡਾ ਹੈ, ਬੱਕਰੀ ਦਾ ਦੁੱਧ ਭਾਂਡੇ ਵਿੱਚ ਚੋ ਕੇ ਕੁੱਤੇ ਨੂੰ ਪਿਲਾਵਾਂਗਾ ਤੇ ਕੁੱਤੇ ਦਾ ਜੂਠਾ ਤੈਨੂੰ ਪੀਣਾ ਪਵੇਗਾ, ਤੇ ਪਾਰਸ ਲੈ ਲੈ। ਹੁਣ ਜਾਤੀ ਤੌਰ ਤੇ ਬ੍ਰਾਹਮਣ ਸੀ, ਬ੍ਰਾਹਮਣ ਤੇ ਬੰਦੇ ਦਾ ਜੂਠਾ ਨਹੀਂ ਪੀਂਦਾ, ਤੇ ਕੁੱਤੇ ਦਾ ਜੂਠਾ ਤੇ ਬਹੁਤ ਵੱਡਾ ਉਹਦਾ ਇੱਕ ਜਨਮ ਭ੍ਰਿਸ਼ਟ ਹੋਣ ਵਾਲਾ, ਧਰਮ ਭ੍ਰਿਸ਼ਟ ਹੋਣ ਵਾਲੀ ਗੱਲ ਸੀ। ਉਹ ਕਹਿੰਦਾ ਵੀ ਕੁੱਤੇ ਦਾ ਜੂਠਾ, ਮੇਰਾ ਤੇਰਾ ਧਰਮ ਉਹ ਬ੍ਰਾਹਮਣ ਧਰਮ ਹੈ, ਬ੍ਰਾਹਮਣ ਹੋ ਕੇ ਮੈਂ ਕੁੱਤੇ ਦਾ ਜੂਠਾ ਮੈਂ ਨਹੀਂ ਪੀ ਸਕਦਾ। ਉਹ ਕਹਿੰਦੇ ਵੀ ਚਲ ਠੀਕ ਹੈ, ਨਹੀਂ ਪੀ ਸਕਦਾ ਤੇ ਕੋਈ ਗਰੀਬ ਬੰਦਾ ਲਾਇਆ, ਕੋਈ ਹੋਰ ਬੰਦਾ ਲਾਇਆ ਜਿਹਨੂੰ ਪਾਰਸ ਚਾਹੀਦਾ ਹੋਇਆ, ਉਹਨੂੰ ਪਾਰਸ ਦੇ ਦੇਵਾਂ। ਫਿਰ ਮਨ ਅੰਦਰ ਆਇਆ ਵੀ ਚਲੋ ਕੋਈ ਗੱਲ ਨਹੀਂ, ਕੁੱਤੇ ਦਾ ਜੂਠਾ ਪੀ ਲੈਨੇ, ਪਰ ਪਾਰਸ ਤੇ ਮਿਲ ਜਾਏਗਾ ਨਾ, ਫਿਰ ਕੁਝ ਨਾ ਕੁਝ ਆਪਾਂ ਹੀਲਾ ਕਰ ਲਵਾਂਗੇ, ਇਸ਼ਨਾਨ ਕਰ ਲਵਾਂਗੇ, ਕਿਤੇ ਨਾ ਕਿਤੇ ਗੰਗਾ ਜਲ ਪੀ ਲਵਾਂਗੇ, ਗੰਗਾ ਨਹਾ ਆਵਾਂਗੇ, ਪਵਿੱਤਰ ਹੋ ਜਾਵਾਂਗੇ, ਪਰ ਇੱਕ ਵਾਰੀ ਪਾਰਸ ਤੇ ਮਿਲੇ। ਕਹਿੰਦਾ ਫਕੀਰ ਜੀ ਮੈਂ ਤਿਆਰ ਹਾਂ। ਦੁੱਧ ਚੋਇਆ, ਕੁੱਤੇ ਨੂੰ ਪਿਲਾਇਆ, ਤੇ ਉਹ ਫਕੀਰ ਨੇ ਬਾਟਾ ਉਹਦੇ ਬ੍ਰਾਹਮਣ ਦੇ ਹੱਥਾਂ ਤੇ ਧਰ ਦਿੱਤਾ, ਤੇ ਜਦੋਂ ਆਪਣੇ ਹੱਥ ਵਿੱਚ ਲੈ ਕੇ ਪੀਣ ਲੱਗਾ ਨਾ, ਤੇ ਉਸ ਫਕੀਰ ਨੇ ਹੱਥ ਮਾਰਿਆ ਤੇ ਬਾਟਾ ਥੱਲੇ ਰੋੜ ਦਿੱਤਾ, ਦੁੱਧ ਡੁੱਲ ਗਿਆ। ਬੜਾ ਗੁੱਸੇ ਹੋਇਆ ਬ੍ਰਾਹਮਣ, ਕਹਿੰਦਾ ਵੀ ਇੱਕ ਤੇ ਤੁਹਾਡੇ ਪਿੱਛੇ ਲੱਗ ਕੇ ਮੈਂ ਆਪਣਾ ਧਰਮ ਭ੍ਰਿਸ਼ਟ ਕਰਨ ਜਾ ਰਿਹਾ ਸਾਂ, ਵੀ ਇੰਨੀ ਉੱਚੀ ਕੁੱਲ ਦਾ ਹੋ ਕੇ ਤੇ ਮੈਂ ਕੁੱਤੇ ਦਾ ਜੂਠਾ ਪੀਣ ਜਾ ਰਿਹਾ, ਤੇ ਤੁਸੀਂ ਪੀਣ ਵੀ ਨਹੀਂ ਦਿੱਤਾ, ਦੁੱਧ ਡੋਲ ਦਿੱਤਾ। ਤੇ ਫਕੀਰ ਕਹਿੰਦਾ ਵੀ ਭਲਿਆ ਮੇਰੇ ਕੋਲੇ ਕੋਈ ਪਾਰਸ ਨਹੀਂ, ਮੇਰੇ ਕੋਲ ਕੋਈ ਪਾਰਸ ਨਹੀਂ, ਮੈਂ ਤੇ ਤੇਰੇ ਸਵਾਲ ਦਾ ਜਵਾਬ ਤੇਰੇ ਰਾਹੀਂ ਦੇਣਾ ਚਾਹੁੰਦਾ ਸਾਂ। ਕਹਿੰਦਾ ਉਹ ਕਿੱਦਾਂ? ਕਹਿੰਦੇ ਵੀ ਤੂੰ ਇਹ ਪੁੱਛਿਆ ਸੀ ਵੀ ਇਸ ਦੁਨੀਆ ਵਿੱਚ ਪਾਪ ਦਾ ਬਾਪ ਕੌਣ ਹੈ? ਤੇ ਉਹ ਫਕੀਰ ਕਹਿੰਦਾ ਭਲਿਆ ਇਸ ਸੰਸਾਰ ਵਿੱਚ ਪਾਪ ਦਾ ਬਾਪ ਹੈ ਲੋਭ, ਤੇ ਲੋਭ ਵਿੱਚ ਆ ਕੇ ਬੰਦਾ ਕਿੰਨਾ ਵੀ ਗਿਰਿਆ ਤੋਂ ਗਿਰਿਆ ਕੰਮ ਹੋਵੇ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ। ਤ੍ਰਿਸ਼ਨਾ ਅਧੀਨ ਹੋ ਕੇ ਕਿੰਨਾ ਵੀ ਮਾੜੇ ਤੋਂ ਮਾੜਾ ਕੁਝ ਵੀ ਕੰਮ ਕਰਨਾ ਹੋਵੇ ਬੰਦਾ ਝੱਟ ਤਿਆਰ। ਅੰਦਰ ਤ੍ਰਿਸ਼ਨਾ ਨੇ ਥੋੜਾ ਜਿਹਾ ਹਲੂਣਾ ਦਿੱਤਾ ਵੀ ਮੇਰੇ ਕੋਲ ਇੱਕ ਫਲੋਰ ਘੱਟ ਹੈ, ਦੂਜੇ ਕੋਲੇ ਜ਼ਿਆਦਾ ਹੈ, ਉਹਦਾ ਕਤਲ ਕਰਨਾ ਪਵੇ, ਉਹਨੂੰ ਮਰਵਾਉਣਾ ਪਵੇ, ਮਾਰਨਾ ਪਵੇ, ਝੱਟ ਬੰਦਾ ਤਿਆਰ ਹੋ ਜਾਂਦਾ ਹੈ ਵੀ ਨਹੀਂ ਇੰਨੀ ਜਗ੍ਹਾ ਮੇਰੇ ਕੋਲ ਆਉਣੀ ਚਾਹੀਦੀ ਹੈ, ਦੁਕਾਨ ਮੇਰੇ ਕੋਲ ਆਉਣੀ ਚਾਹੀਦੀ ਹੈ, ਫਲਾਨੀ ਪ੍ਰਾਪਰਟੀ ਮੇਰੇ ਕੋਲ ਆਉਣੀ ਚਾਹੀਦੀ ਹੈ। ਕਹਿੰਦੇ ਵੀ ਪਾਪ ਦਾ ਬਾਪ ਦੁਨੀਆ 'ਚ ਲੋਭ ਹੈ, ਤੇ ਲੋਭ ਜਦੋਂ ਵੀ ਇਹ ਸੰਸਾਰ ਅੰਦਰ ਹਲੂਣਾ ਦਿੰਦਾ ਹੈ ਤੇ ਵੱਡਿਆਂ ਵੱਡਿਆਂ ਦਾ
ਜਿਹੜਾ ਉਹ ਈਮਾਨ ਡੁਲਾ ਕੇ ਰੱਖ ਦਿੰਦਾ। ਵੱਡਿਆਂ ਵੱਡਿਆਂ ਨੂੰ, ਸੰਤੋਖੀਆਂ ਨੂੰ ਇਹ ਸਮਾਜ ਦੇ ਅੰਦਰ ਬੜੇ ਨੀਚੇ ਦਰਜੇ ਤੇ ਲੈ ਆਉਂਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਭਲਿਆ ਇਸ ਸੰਸਾਰ ਦੇ ਅੰਦਰ ਹੈ ਜਿਹੜੀ ਆਸਾ ਤੇ ਤ੍ਰਿਸ਼ਨਾ ਹੈ, ਜਾਂ ਅਹੰਕਾਰ ਹੈ, ਜਾਂ ਲੋਭ ਹੈ, ਜਿਨ੍ਹਾਂ ਦੇ ਅਧੀਨ ਮੇਰਾ ਜੀਵਨ ਹੈ ਤੇ ਬੜਾ ਦੁੱਖ ਪਾ ਰਿਹਾ ਹੈ। ਫਿਰ ਇਸ ਤੋਂ ਅੱਗੇ ਜਾ ਕੇ ਮਹਾਰਾਜ ਕਹਿੰਦੇ, ਘਰ ਕੇ ਜਠੇਰੇ ਕੀ ਚੂਕੀ ਕਾਣ, ਤੇ ਕਹਿੰਦੇ ਵੀ ਜਦੋਂ ਮੈਨੂੰ ਪਿਰ ਦੀ ਪ੍ਰਾਪਤੀ ਹੋ ਗਈ, ਪ੍ਰਭੂ ਦੀ ਪ੍ਰਾਪਤੀ ਹੋ ਗਈ, ਪਤੀ ਮਿਲ ਪਿਆ, ਕਰਤਾ ਪੁਰਖ ਵਾਹਿਗੁਰੂ ਮਿਲ ਗਿਆ, ਤੇ ਫਿਰ ਕਹਿੰਦੇ ਵੀ ਜਿਹੜਾ ਜਠੇਰਾ, ਜਠੇਰੇ ਤੋਂ ਭਾਵ ਜੇਠ, ਤੇ ਜੇਠ ਦੇ ਅਰਥ ਵਿਦਵਾਨ ਜਨਾਂ ਨੇ ਕੀਤੇ ਹੈ ਧਰਮ ਰਾਜ। ਕਹਿੰਦੇ ਵੀ ਹੁਣ ਉਸ ਧਰਮ ਰਾਜ ਦਾ ਕੋਈ ਡਰ ਨਹੀਂ ਰਹਿ ਗਿਆ, ਕੋਈ ਕਾਣ ਨਹੀਂ ਰਹਿ ਗਈ, ਕੋਈ ਦਬਾਅ ਨਹੀਂ ਰਹਿ ਗਿਆ, ਹੁਣ ਸਭ ਕੁਝ ਪਾਸੇ ਹੋ ਗਿਆ। ਘਰ ਕੇ ਜਠੇਰੇ ਕੀ ਚੂਕੀ ਕਾਣ, ਕਾਣ ਤੋਂ ਭਾਵ ਹੁੰਦਾ ਹੈ ਪੰਜਾਬੀ ਦੇ ਵਿੱਚ ਇਹਨੂੰ ਧੌਂਸ ਕਹਿ ਲਈਏ, ਦਬਾਅ ਕਹਿ ਲਈਏ, ਮੁਥਾਜੀ ਕਹਿ ਲਈਏ। ਕਹਿੰਦੇ ਵੀ ਇਹ ਜਿਹੜਾ ਦਬਾਅ ਸੀ, ਕਾਣ ਸੀ, ਇਹ ਉਸ ਧਰਮ ਰਾਏ ਦੀ ਛੁੱਟ ਗਈ, ਪਾਸੇ ਹੋ ਗਈ ਜਦੋਂ ਮੈਂ ਆਪਣੇ ਸਤਿਗੁਰੂ ਪ੍ਰਭੂ ਪਤੀ ਦੀ ਪ੍ਰਾਪਤੀ ਕਰ ਲਈ। ਫਿਰ ਅੱਗੇ ਕਿਹਾ, ਪਿਰ ਰੱਖਿਆ ਕੀਨੀ ਸੁਗੜ ਸੁਜਾਨ, ਕਹਿੰਦੇ ਮੇਰੇ ਪ੍ਰਭੂ ਪਤੀ ਨੇ ਮੇਰੀ ਰੱਖਿਆ ਕੀਤੀ ਹੈ, ਮੇਰੇ ਪ੍ਰਭੂ ਪਤੀ ਨੇ ਮੈਨੂੰ ਹੱਥ ਦੇ ਕੇ ਰੱਖਿਆ ਹੈ। ਬੜਾ ਉਹ ਸਿਆਣਾ, ਸੁਘਾੜ ਸੁਜਾਨ, ਬੜਾ ਸਿਆਣਾ ਹੈ, ਬਹੁਤ ਹੈ, ਸਿਆਣਪ ਦੇ ਨਾਲ ਭਰਿਆ ਹੈ। ਉਹਨੂੰ ਪਤਾ ਸੀ ਵੀ ਇਹ ਜੀਵ ਇਸਤਰੀ ਨੂੰ ਸਮਾਜ ਦੇ ਅੰਦਰ ਕਿਵੇਂ ਬਚਾਉਣਾ, ਔਰ ਉਹਨੇ ਬਚਾਇਆ, ਹੱਥ ਦੇ ਕੇ ਰੱਖਿਆ ਕੀਤੀ। ਤੇ ਅੱਗੇ ਰਹਾਉ ਵਿੱਚ ਸਾਹਿਬ ਕਹਿੰਦੇ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਕਹਿੰਦੇ ਇਹ ਲੋਕਾ ਸੁਣੋ, ਮੈਂ ਪਰਮਾਤਮਾ ਪ੍ਰਾਪਤ ਕਿਵੇਂ ਕੀਤਾ ਹੈ, ਮੈਂ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕੀਤੀ। ਕਹਿੰਦੇ ਪ੍ਰੇਮ ਰਸ ਪਾਇਆ, ਪ੍ਰੇਮ ਰੂਪੀ ਰਸ ਦੀ ਪ੍ਰਾਪਤੀ ਕਰ ਲਈ ਤੇ ਰੱਬ ਪ੍ਰਾਪਤ ਹੋ ਗਿਆ। ਜਿਨ੍ਹਾਂ ਦੇ ਅੰਦਰ ਪਿਆਰ ਆ ਗਿਆ, ਜਿਨ੍ਹਾਂ ਅੰਦਰ ਪ੍ਰੇਮ ਆ ਗਿਆ, ਜਿਨ੍ਹਾਂ ਅੰਦਰ ਮੁਹੱਬਤ ਆ ਗਈ, ਜਿਨ੍ਹਾਂ ਅੰਦਰ ਇਸ਼ਕ ਆ ਗਿਆ, ਸਾਹਿਬ ਕਹਿੰਦੇ ਜਿਨ੍ਹਾਂ ਪ੍ਰੇਮ ਪ੍ਰਾਪਤ ਕਰ ਲਿਆ ਉਹਨਾਂ ਨੇ ਰੱਬ ਦੀ ਪ੍ਰਾਪਤੀ ਕਰ ਲਈ। ਕਹਿੰਦੇ ਮੈਂ ਪ੍ਰੇਮ ਰਸ ਪਾਇਆ, ਮੈਂ ਤੇ ਪ੍ਰੇਮ ਰੂਪੀ ਰਸ ਪ੍ਰਾਪਤ ਕਰ ਲਿਆ। ਨਿਤਨੇਮ ਦੇ ਵਿੱਚ ਸਵਈਏ ਪੜ੍ਹਦੇ ਹੋ ਤੇ ਸਵਈਆਂ ਦੇ ਵਿੱਚ ਇੱਕ ਪੰਕਤੀ ਆਪ ਸਭ ਨੂੰ ਯਾਦ ਹੋਏਗੀ, ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੀ। ਮਹਾਰਾਜ ਕਹਿੰਦੇ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ, ਔਰ ਪ੍ਰੇਮ ਦਾ ਵਿਦਵਾਨਾਂ ਨੇ ਵਿਆਖਿਆ ਕੀਤੀ ਵੀ ਜਿਹਨੂੰ ਪਿਆਰ ਕੀਤਾ ਜਾ ਰਿਹਾ ਹੈ ਨਾ, ਜਿਹਨੂੰ ਪ੍ਰੇਮ ਕੀਤਾ ਜਾ ਰਿਹਾ ਹੈ, ਪ੍ਰੇਮ ਕਰਨ ਵਾਲੇ ਤੋਂ ਆਪਣੇ ਆਪ ਨੂੰ ਕੁਰਬਾਨ ਕਰਨਾ, ਪ੍ਰੇਮ ਕਰਨ ਵਾਲੇ ਤੋਂ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ, ਵਾਰ ਦੇਣਾ ਆਪਣੇ ਆਪ ਨੂੰ। ਔਰ ਜਿਸ ਪਿਆਰ ਦੇ ਵਿੱਚ ਦਗਾ ਆ ਜਾਏ, ਜਿਸ ਪਿਆਰ ਵਿੱਚ ਝੂਠ ਆ ਜਾਏ, ਜਿਸ ਪਿਆਰ ਵਿੱਚ ਫਰੇਬ ਆ ਜਾਏ, ਜਿਸ ਪਿਆਰ ਦੇ ਵਿੱਚ ਐਸਾ ਝੂਠ ਵੀ ਦੱਸਣਾ ਕੁਝ, ਕਰਨਾ ਕੁਝ, ਯਾਦ ਰੱਖਿਓ ਭਾਵੇਂ ਉਹ ਬਾਹਰੀ ਤੌਰ ਦਾ ਪਿਆਰ ਹੋਵੇ ਤੇ ਭਾਵੇਂ ਅਧਿਆਤਮਿਕੀ ਤੌਰ ਦਾ ਪਿਆਰ ਹੋਵੇ, ਬਹੁਤਾ ਲੰਬਾ ਸਮਾਂ ਉਹ ਟਿਕ ਨਹੀਂ ਸਕਦਾ, ਬਹੁਤਾ ਲੰਬਾ ਸਮਾਂ ਨਹੀਂ ਚੱਲ ਸਕਦਾ। ਇੱਕ ਨਾ ਇੱਕ ਦਿਨ, ਕੁਝ ਸਮੇਂ ਬਾਅਦ ਉਹ ਪ੍ਰੇਮ, ਉਹ ਪਿਆਰ ਟੁੱਟ ਜਾਏਗਾ। ਉਹ ਦੁਨੀਆ ਦੇ ਅੰਦਰ ਭਾਵੇਂ ਦੁਨੀਆ ਦਾ ਰਿਸ਼ਤਾ ਪਿਆਰ ਦਾ ਹੋਵੇ, ਭਾਵੇਂ ਉਹ ਰੱਬੀ ਤੇ ਪਰਮਾਤਮਾ ਦੇ ਵਿੱਚ ਨਿਰੰਕਾਰ ਦੇ ਨਾਮ ਦੀ ਪ੍ਰਾਪਤੀ ਕਰਨ ਵਾਸਤੇ ਤੇ ਦਗਾ, ਝੂਠ, ਫਰੇਬ ਇਤਿਆਦਿਕ ਇਹ ਤੇ ਚੱਲਦਾ ਹੀ ਨਹੀਂ ਨਾ। ਉੱਥੇ ਤੇ ਆਪਣੇ ਆਪ ਨੂੰ ਭੇਟ ਕਰਨਾ ਪੈਣਾ, ਆਪਣੇ ਆਪ ਨੂੰ ਨਿਸ਼ਾਵਰ ਕਰਨਾ ਪੈਣਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸੁਣੋ ਲੋਕੋ, ਮੈਂ ਪ੍ਰੇਮ ਰਸ ਪਾਇਆ, ਮੈਂ ਪ੍ਰੇਮ ਰੂਪੀ ਰਸ ਪ੍ਰਾਪਤ ਕਰ ਲਿਆ। ਰਸ, ਔਰ ਮਾਫ ਕਰਿਓ ਇਹ ਸ਼ਬਦ ਕਹਿ ਲੈਣ ਦੇਣੇ, ਅਸੀਂ ਪ੍ਰੇਮ ਰਸ ਤੋਂ ਤੇ ਕਿਤੇ ਦੂਰ ਬੈਠੇ ਆ, ਵਾਂਝੇ ਬੈਠੇ, ਸਖਣੇ ਬੈਠੇ ਆ, ਤੇ ਦੁਨੀਆ ਦਾ ਇੱਕ ਇੱਕ ਰਸ ਅਸੀਂ ਬੜੇ ਤਰੀਕੇ ਦੇ ਨਾਲ, ਭਾਵੇਂ ਉਹ ਕੈਸਾ ਵੀ ਰਸ ਹੋਵੇ, ਉਹ ਉਸਤਤ ਦਾ ਹੋਵੇ, ਨਿੰਦਿਆ ਦਾ ਹੋਵੇ, ਲੋਭ ਦਾ ਹੋਵੇ, ਲਾਲਚ ਦਾ, ਇਹਨਾਂ ਰਸਾਂ ਨੂੰ ਬੜਾ ਸਵਾਦ ਲੈ ਲੈ ਕੇ ਪੀਨੇ ਆ। ਦੁਨੀਆ ਦਾ ਰਸ ਇੰਨੇ ਆਨੰਦ ਨਾਲ ਬੰਦਾ ਭੋਗਦਾ ਹੈ, ਇੰਨਾ ਅਕਾਲ ਪੁਰਖ ਦੇ ਨਾਮ ਤੋਂ ਵਾਂਝਾ ਹੋ ਕੇ ਉਸ ਰਸ ਨੂੰ ਤੱਜ ਕੇ, ਇਸ ਰਸ ਤੋਂ ਪਾਸੇ ਜਾ ਕੇ ਦੁਨੀਆ ਦਾ ਰਸ ਹੈ ਬੜੇ ਐਨ ਘੁੱਟ ਘੁੱਟ ਕਰਕੇ, ਗਟਾ ਗਟ ਕਰਕੇ ਪੀਣ ਦਾ ਯਤਨ। ਪਰ ਸਾਹਿਬ ਕਹਿੰਦੇ ਪ੍ਰੇਮ ਰਸ ਹੈ ਕਿਸੇ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ, ਕਿਸੇ ਕਿਸੇ ਵਿਰਲੇ ਤੇ ਸਤਿਗੁਰੂ ਦੀ ਅਪਾਰ ਰਹਿਮਤ ਹੁੰਦੀ ਹੈ, ਤਰਸ ਹੁੰਦਾ ਹੈ, ਤੇ ਇਹ ਪ੍ਰੇਮ ਦਾ ਰਸ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਕਹਿੰਦੇ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਇਹ ਲੋਕੋ ਸੁਣੋ, ਮੈਂ ਕਰਤੇ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਪਤੀ ਨੇ ਰਹਿਮਤ ਕੀਤੀ
ਤੇ ਮੈਂ ਪ੍ਰੇਮ ਦਾ ਪਿਆਲਾ ਐਨ ਭਰ ਕੇ ਪੀਤਾ। ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ। ਭਗਤ ਫਰੀਦ ਸਾਹਿਬ ਕਹਿੰਦੇ ਜੇ ਤੂੰ ਪ੍ਰੇਮ ਕਰਨਾ ਚਾਹੁੰਦਾ ਹੈ ਨਾ ਤੇ ਯਾਦ ਰੱਖੀ ਤੇਰਾ ਪਿਆਰ ਬਿਲਕੁਲ ਐਨ ਖਰਾ ਹੋਵੇ, ਉਸ ਪਿਆਰ ਦੇ ਵਿੱਚ ਕੋਈ ਮਿਲਾਵਟ ਨਾ ਹੋਵੇ, ਮਲਗੋਬਾ ਨਾ ਹੋਵੇ, ਉਸ ਪਿਆਰ ਦੇ ਵਿੱਚ ਦਗਾ ਨਾ ਹੋਵੇ, ਉਸ ਪਿਆਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਊਣਤਾਈ ਨਾ ਹੋਵੇ। ਤੇ ਉਹਨਾਂ ਬੜੇ ਪਿਆਰ ਨਾਲ ਸਮਝਾਇਆ, ਕਹਿੰਦੇ ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਕਹਿੰਦੇ ਜਿਨ੍ਹਾਂ ਦੇ ਅੰਦਰੋਂ ਦਿਲੋਂ ਮੁਹੱਬਤ। ਅਸੀਂ ਕਈ ਵਾਰ ਕਹਿੰਦੇ ਆ ਨਾ ਵੀ ਦਿਲ ਕਰਕੇ ਆਹ ਗੱਲ ਕਹਿਣ ਲੱਗਾ ਹੈ, ਜਾਂ ਅਸੀਂ ਕਹਿੰਦੇ ਵੀ ਦਿਲ ਕਰਕੇ ਅਰਦਾਸ ਕਰਨੀ ਜਾਂ ਕਰਾਉਣੀ, ਭਾਵ ਬੜੀ ਇਕਾਗਰਤਾ ਦੇ ਨਾਲ ਜਿਹੜੇ ਸ਼ਬਦਾਂ ਨੂੰ ਮੈਂ ਆਪਣੀ ਜ਼ੁਬਾਨ ਤੋਂ ਬੋਲ ਰਿਹਾ ਉਹੀ ਸ਼ਬਦ ਮੇਰੇ ਹਿਰਦੇ ਵਿੱਚੋਂ ਨਿਕਲਦੇ ਹੋਣ। ਇਹ ਨਾ ਹੋਵੇ ਵੀ ਮਨ ਵਿੱਚ ਕੁਝ ਹੋਵੇ ਤੇ ਜ਼ੁਬਾਨ ਵਿੱਚ ਕੁਝ ਹੋਵੇ ਤੇ ਬੰਦਾ ਕਹੇ ਵੀ ਮੈਂ ਤੇ ਬੜਾ ਵੱਡਾ ਪ੍ਰੇਮੀ ਆ, ਜ਼ੁਬਾਨ ਤੋਂ ਉਹ ਕੁਝ ਆਖਦਾ ਹੋਵੇ, ਅੰਦਰੋਂ ਕੁਝ ਆਖਦਾ ਹੋਵੇ ਤੇ ਪ੍ਰੇਮੀ ਬਣਿਆ ਹੋਵੇ। ਸਾਹਿਬ ਕਹਿੰਦੇ ਨਹੀਂ, ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕਹਿੰਦੇ ਵੀ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੋਵੇ, ਮੁਖ ਵਿੱਚ ਕੁਝ ਹੋਰ ਹੋਵੇ, ਉਹ ਤੇ ਬਿਲਕੁਲ ਕੱਚੇ ਨੇ। ਤੇ ਕੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਵੀ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਕਦੇ ਵੀ ਕੱਚਾ ਨਹੀਂ। ਕਿਉਂਕਿ ਅਸੀਂ ਤੇ ਘਰ ਦੇ ਵਿੱਚ ਕੋਈ ਘੜਾ ਰੱਖਣਾ ਹੋਵੇ ਨਾ ਤੇ ਉਹ ਵੀ ਬਜ਼ੁਰਗ ਮਾਈਆਂ ਚੰਗੀ ਤਰ੍ਹਾਂ ਉਹਨੂੰ ਉੱਪਰੋਂ ਐਨ ਟਣਕਾ ਕੇ ਵੇਖਦੀਆਂ, ਹੱਥ ਮਾਰ ਕੇ ਵੇਖਦੀਆਂ ਵੀ ਕੱਚਾ ਤੇ ਨਹੀਂ। ਇਹ ਨਾ ਹੋਵੇ ਵੀ ਇਹਦੇ ਵਿੱਚ ਦੁੱਧ ਪਾਇਆ ਜਾਏ, ਪਾਣੀ ਪਾਇਆ ਜਾਏ ਤੇ ਹਾਰੇ ਵਿੱਚ ਬਾਅਦ ਵਿੱਚ ਰੱਖਿਆ ਜਾਏ, ਪਹਿਲਾਂ ਇਹਦੇ 'ਚ ਤਰੇੜ ਆ ਜਾਏ, ਦੁੱਧ ਡੁੱਲ ਜਾਏ, ਪਾਣੀ ਡੁੱਲ ਜਾਏ, ਕਿਸੇ ਵਸਤੂ ਨੂੰ ਇਹ ਆਪਣੇ ਅੰਦਰ ਸੰਭਾਲ ਹੀ ਨਾ ਸਕੇ, ਫਿਰ ਐਸੇ ਭਾਂਡੇ ਦਾ ਕਰਨਾ ਕੀ ਹੈ। ਮਹਾਰਾਜ ਕਹਿੰਦੇ ਅੰਦਰੋਂ ਪ੍ਰੇਮ ਹੋਵੇ, ਪਿਆਰ ਹੋਵੇ, ਤੇ ਜਿਹੜਾ ਪ੍ਰੇਮ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਪੈਦਾ ਹੋਇਆ, ਔਰ ਇਹ ਪ੍ਰੇਮ ਘੜੀ ਦੋ ਘੜੀ, ਇੱਕ ਦਿਨ ਦੋ ਦਿਨ ਦਾ ਨਾ ਹੋਵੇ। ਸਾਹਿਬ ਕਹਿੰਦੇ ਇਹ ਅੰਤ ਸਵਾਸਾਂ ਤੱਕ ਪ੍ਰੇਮ ਨਿਭਣ ਵਾਲਾ ਹੋਵੇ। ਐਸਾ ਪ੍ਰੇਮ ਹੋਵੇ, ਐਸੀ ਅੰਦਰ ਤਾਂਘ ਹੋਵੇ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਨਾ ਉਦਾਹਰਨਾਂ ਵਰਤੀਆਂ। ਕਹਿੰਦੇ ਵੀ ਜਲ ਸੈ ਨਿਕਾਸ ਮੀਨ ਰਾਖੀਐ ਪਟੰਬਰ ਮੈਂ। ਕਹਿੰਦੇ ਵੀ ਮੱਛੀ ਨੂੰ ਪਾਣੀ ਚੋਂ ਕੱਢ ਲਈਏ ਤੇ ਪਾਣੀ ਵਿੱਚੋਂ ਕੱਢ ਕੇ ਬੜੇ ਕੋਮਲ ਕੱਪੜੇ ਦੇ ਵਿੱਚ, ਬੜੇ ਰੇਸ਼ਮੀ ਕੱਪੜੇ ਵਿੱਚ ਉਹਨੂੰ ਲਪੇਟਿਆ ਜਾਏ, ਰੱਖਿਆ ਜਾਏ, ਤੇ ਕਹਿੰਦੇ ਵੀ ਉਹ ਕਦੇ ਖੁਸ਼ ਹੋਏਗੀ, ਉਹ ਕਹੇਗੀ ਵੀ ਮੈਨੂੰ ਬੜਾ ਕੀਮਤੀ ਕੱਪੜਾ ਮਿਲ ਗਿਆ। ਜਿਹੜੇ ਪਾਣੀ ਵਿੱਚ ਮੈਂ ਰਹਿੰਦੀ ਸਾਂ ਉਸ ਪਾਣੀ ਤੋਂ ਬਾਹਰ ਆ ਕੇ ਬੜੀ ਕੋਮਲਤਾਈ ਦਾ ਕੱਪੜਾ, ਰੇਸ਼ਮੀ ਕੱਪੜਾ, ਪਟੰਬਰ ਮਿਲ ਗਿਆ ਮੈਨੂੰ। ਕਹਿੰਦੇ ਜਲ ਸੈ ਨਿਕਾਸ ਮੀਨ ਰਾਖੀਐ ਪਟੰਬਰ ਮੈਂ, ਬਿਨ ਜਲ ਤਲਫ ਤਜਤ ਪ੍ਰੇ ਪ੍ਰਾਨ ਹੈ। ਭਾਈ ਸਾਹਿਬ ਕਹਿੰਦੇ ਪਾਣੀ ਤੋਂ ਬਗੈਰ ਤੜਫਦੀ ਹੈ ਤੇ ਆਪਣੇ ਪ੍ਰਾਣ ਤਿਆਗ ਦਿੰਦੀ, ਪਰ ਪਾਣੀ ਤੋਂ ਬਗੈਰ ਉਹ ਰਹਿ ਨਹੀਂ ਸਕਦੀ, ਪਾਣੀ ਤੋਂ ਬਿਨਾ ਉਹ ਆਪਣਾ ਜੀਵਨ ਬਤੀਤ ਨਹੀਂ ਕਰਦੀ। ਇਸੇ ਤਰ੍ਹਾਂ ਗੁਰੂ ਕੇ ਸਿੱਖਾ ਤੇਰਾ ਪ੍ਰੇਮ ਐਸਾ ਹੋਵੇ ਵੀ ਇੱਕ ਪਲ ਗੁਰੂ ਤੋਂ ਵੱਖ ਹੋਵੇ, ਇੱਕ ਪਲ ਗੁਰੂ ਕੀ ਸੰਗਤ ਤੋਂ ਵੱਖ ਹੋਏ ਤੇ ਤੇਰੇ ਅੰਦਰ ਤੜਫ ਪੈਦਾ ਹੋ ਜਾਏ, ਤੇਰੇ ਅੰਦਰ ਐਸੀ ਮੱਛੀ ਵਾਂਗ ਤੜਫ ਪੈਦਾ ਹੋ ਜਾਏ ਵੀ ਜਦੋਂ ਤੱਕ ਮੈਂ ਆਪਣੇ ਗੁਰੂ ਨਾਲ ਮਿਲ ਨਾ ਪਵਾਂ, ਗੁਰੂ ਕੀ ਸੰਗਤ ਵਿੱਚ ਬੈਠ ਨਾ ਜਾਵਾਂ, ਉਦੋਂ ਤੱਕ ਅੰਦਰ ਜਿਹੜਾ ਉਹ ਧੀਰਜ ਨਾ ਪੈਦਾ ਹੁੰਦਾ ਹੋਵੇ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਹੈ ਲੋਕੋ ਸੁਣੋ, ਮੈਂ ਪ੍ਰੇਮ ਨੂੰ ਪ੍ਰਾਪਤ ਕੀਤਾ ਹੈ, ਪ੍ਰੇਮ ਰਸ ਪ੍ਰਾਪਤ ਕੀਤਾ ਹੈ, ਪਿਆਰ ਪ੍ਰਾਪਤ ਕੀਤਾ ਹੈ, ਆਪਣੇ ਆਪ ਨੂੰ ਗੁਰੂ ਅੱਗੇ ਭੇਟਾ ਕੀਤਾ ਹੈ। ਤੇ ਅੱਗੇ ਕਿਰਪਾ ਕੀਤੀ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰਨਾਮ ਦਿਵਾਇਆ। ਕਹਿੰਦੇ ਵੀ ਜਿਹੜੇ ਦੁਰਜਨ ਕਹਿੰਦੇ ਨੇ ਮਾੜੇ ਬੰਦੇ, ਦੁਰਜਨ ਐਬੀ ਬੰਦੇ, ਵਿਕਾਰੀ ਬੰਦੇ, ਕੁਸੰਗਤ ਵਾਚ ਜਿਹੜੇ ਕਰਨ ਵਾਲੇ, ਉਹਨਾਂ ਦੀ ਗੱਲ ਸਾਹਿਬ ਕਹਿੰਦੇ ਦੁਰਜਨ ਮਾਰੇ ਵੈਰੀ ਸੰਘਾਰੇ, ਮਾੜੇ ਬੰਦਿਆਂ ਨੂੰ, ਵੈਰੀਆਂ ਨੂੰ ਸੰਘਾਰੇ ਤੋਂ ਭਾਵ ਹੁੰਦਾ ਖਤਮ ਕਰਨਾ। ਕਹਿੰਦੇ ਵੀ ਇਹ ਸੰਘਾਰ ਦਿੱਤੇ, ਮਾਰ ਦਿੱਤੇ, ਖਤਮ ਕਰ ਦਿੱਤੇ। ਸਤਿਗੁਰ ਮੋਕੋ ਹਰਨਾਮ ਦਿਵਾਇਆ, ਸਤਿਗੁਰੂ ਨੇ ਮੈਨੂੰ ਉਹ ਪਰਮਾਤਮਾ ਦਾ ਨਾਮ ਜਿਹੜਾ ਉਹ ਦਿੱਤਾ, ਕਰਤੇ ਪੁਰਖ ਵਾਹਿਗੁਰੂ ਨੇ ਇਹ ਨਾਮ ਮੇਰੀ ਝੋਲੀ ਵਿੱਚ ਪਾਇਆ। ਤੇ ਸਤਿਗੁਰੂ ਦੀ ਰਹਿਮਤ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਇਹ ਦਾਤ ਪ੍ਰਾਪਤ ਹੋ ਗਈ, ਮਿਲ ਪਈ। ਤੇ ਕਹਿੰਦੇ ਵੀ ਇਹਨਾਂ ਤੋਂ ਮੈਂ ਜਿੱਤ ਪ੍ਰਾਪਤ ਕਰ ਲਈ, ਇਹਨਾਂ ਵਿਕਾਰਾਂ ਤੋਂ ਮੈਂ ਵੱਖਰਾ ਹੋ ਗਿਆ, ਪਾਸੇ ਹੋ ਗਿਆ। ਹੁਣ ਇਹ ਜਿਹੜੇ ਵੈਰੀ ਸਨ, ਜਿਹੜੇ ਮੈਨੂੰ ਵਾਰ-ਵਾਰ ਬਹੁਤ ਪਰੇਸ਼ਾਨ, ਬੜਾ ਦੁੱਖ ਦਿੰਦੇ ਸਨ, ਉਹ ਭਾਵੇਂ 5 ਵਿਕਾਰ ਹੋਣ, ਭਾਵੇਂ ਉਹ ਹੋਰ ਈਰਖਾ, ਦਵੈਖਤਾ, ਚੁਗਲੀ, ਨਿੰਦਿਆ ਕੁਝ ਵੀ ਹੋਏ,
ਸਾਹਿਬ ਕਹਿੰਦੇ ਇਹਨਾਂ ਨੂੰ ਸਤਿਗੁਰੂ ਦੀ ਕਿਰਪਾ ਦੇ ਨਾਲ ਮੈਂ ਮਾਰ ਦਿੱਤਾ, ਖਤਮ ਕਰ ਦਿੱਤਾ, ਸੰਘਾਰ ਦਿੱਤਾ। ਜਦੋਂ ਸਤਿਗੁਰੂ ਨੇ ਇਹ ਨਾਮ ਮੇਰੀ ਝੋਲੀ ਵਿੱਚ ਪਾਇਆ, ਇਹ ਨਾਮ ਦੀ ਦਾਤ ਸਤਿਗੁਰੂ ਤੋਂ ਪ੍ਰਾਪਤ ਹੋਈ ਤੇ ਇਹਨਾਂ ਕਾਮਾਦਿਕ ਵੈਰੀਆਂ ਨੂੰ ਮੁਕਾ ਦਿੱਤਾ, ਜੜੋਂ ਪੁੱਟ ਦਿੱਤਾ। ਸਾਹਿਬ ਨੇ ਅੱਗੇ ਰਹਿਮਤ ਕੀਤੀ, ਕਹਿੰਦੇ ਪ੍ਰਥਮੈ ਤਿਆਗੀ ਹਉਮੈ ਪ੍ਰੀਤ। ਫਿਰ ਇਹਦਾ ਰਿਜ਼ਲਟ ਆਉਣਾ ਸ਼ੁਰੂ ਹੋਇਆ। ਜਦੋਂ ਸਤਿਗੁਰੂ ਨੇ ਨਾਮ ਦੀ ਦਾਤ ਦਿੱਤੀ ਨਾ, ਜਦੋਂ ਸਤਿਗੁਰੂ ਨੇ ਰਹਿਮਤ ਕੀਤੀ, ਕਰਤੇ ਪੁਰਖ ਦਾ ਨਾਮ ਮੇਰੇ ਹਿਰਦੇ ਦੇ ਵਿੱਚ ਆ ਕੇ ਵਸ ਗਿਆ ਤੇ ਮੈਂ ਪ੍ਰੇਮ ਦਾ ਰਸ ਪ੍ਰਾਪਤ ਕਰ ਲਿਆ। ਜਦੋਂ ਮੈਂ ਪ੍ਰੇਮ ਦੀ ਪ੍ਰਾਪਤੀ ਕਰ ਲਈ, ਗੁਰੂ ਪ੍ਰਾਪਤ ਹੋ ਗਿਆ, ਤੇ ਕਹਿੰਦੇ ਪ੍ਰਥਮੇ ਸਭ ਤੋਂ ਪਹਿਲਾਂ ਕਹਿੰਦੇ ਵੀ ਹਉਮੈ ਦੀ ਪ੍ਰੀਤ ਨੂੰ ਤਿਆਗ ਦਿੱਤਾ, ਹਉਮੈ ਨੂੰ ਪਿਆਰ ਨਾਲ ਛੱਡ ਦਿੱਤਾ। ਹਉਮੈ ਦੀ ਪ੍ਰੀਤ ਇੱਕ ਵੱਖਰੀ ਪ੍ਰੀਤ ਹੈ ਨਾ, ਅਹੰਕਾਰ ਦਾ ਇੱਕ ਵੱਖਰਾ ਆਨੰਦ ਹੈ। ਕੋਈ ਬੰਦਾ ਕਿਸੇ ਤਰ੍ਹਾਂ ਮੈਨੂੰ ਕਹਿ ਦੇ ਵੀ ਭਾਈ ਸਾਹਿਬ ਤੁਸੀਂ ਬੜਾ ਏਦਾਂ ਕਰਦੇ ਜਾਂ ਇੰਨਾ ਵੇਤੇ, ਜਾਂ ਕੋਈ ਹੋਰ ਮੈਨੂੰ ਆਣ ਕੇ ਕੁਝ, ਤੇ ਮੇਰੀ ਆਪਣੇ ਇੱਕ ਵੱਖਰਾ ਬੰਦਾ ਉਸੇ ਤਰ੍ਹਾਂ ਓਨਾ ਹੀ ਆਪਣੇ ਅਹੰਕਾਰ ਦੇ ਵਿੱਚ ਹੋਰ ਉੱਚਾ ਹੋਰ ਉੱਚਾ ਹੋਰ ਉੱਚਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਜਦੋਂ ਰੱਬ ਦੇ ਨਾਮ ਦੀ ਪ੍ਰਾਪਤੀ ਹੋ ਗਈ, ਪ੍ਰੇਮ ਨੂੰ ਪ੍ਰਾਪਤ ਕਰ ਲਿਆ, ਸਤਿਗੁਰੂ ਦਾ ਨਾਮ ਹਿਰਦੇ 'ਚ ਵਸ ਗਿਆ, ਤੇ ਪ੍ਰਥਮੇ ਤਿਆਗੀ ਹਉਮੈ ਪ੍ਰੀਤ। ਸਭ ਤੋਂ ਪਹਿਲਾਂ ਕਹਿੰਦੇ ਵੀ ਇਹ ਅਹੰਕਾਰ ਨੂੰ ਪਿਆਰ ਨਾਲ ਛੱਡ ਦਿੱਤਾ, ਅਹੰਕਾਰ ਨੂੰ ਮੈਂ ਆਪਣੇ ਹਿਰਦੇ 'ਚੋਂ ਖਤਮ ਕਰ ਦਿੱਤਾ। ਹੁਣ ਮੈਨੂੰ ਕੋਈ ਕੁਝ ਕਹੀ ਜਾਵੇ, ਕੋਈ ਮੇਰੀ ਉਸਤਤ ਕਰੇ, ਕੋਈ ਨਿੰਦਿਆ ਕਰੇ, ਕੋਈ ਫਰਕ ਨਹੀਂ ਪੈਂਦਾ। ਜਿਵੇਂ ਪਹਿਲਾਂ ਸੀ ਕੋਈ ਉਸਤਤ ਕਰਦਾ ਹੈ, ਕੋਈ ਉਪਮਾ ਕਰਦਾ ਹੈ, ਕੋਈ ਚੰਗੇ ਸ਼ਬਦ ਕਹਿਦਾ ਹੈ, ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਸੀ, ਬੜਾ ਫੁੱਲਿਆ ਨਹੀਂ ਸੀ ਸਮਾਉਂਦਾ। ਪਰ ਸਤਿਗੁਰੂ ਕਹਿੰਦੇ ਜਦੋਂ ਇਹ ਅਹੰਕਾਰ ਹਉਮੈ ਅੰਦਰੋਂ ਖਤਮ ਹੋ ਗਈ, ਇਹਨੂੰ ਮੈਂ ਤਵੱਜੋ ਦੇਣੀ ਛੱਡ ਦਿੱਤੀ, ਇਹਦੇ ਵੱਲ ਧਿਆਨ ਹੀ ਨਹੀਂ ਦਿੰਦਾ, ਤੇ ਸਤਿਗੁਰੂ ਕਹਿੰਦੇ ਹੁਣ ਮੇਰੇ ਅੰਦਰ ਆਪਣੇ ਆਪ ਹਰ ਇੱਕ ਤਰੀਕੇ ਦੇ ਨਾਲ ਨੀਵਾਂ ਚੱਲਣਾ, ਨਿਮਾਣ ਵਿੱਚ ਰਹਿਣਾ, ਗੁਰੂ ਪ੍ਰਤੀ ਪ੍ਰੇਮ ਦੇ ਨਾਲ, ਪ੍ਰੀਤ ਦੇ ਨਾਲ ਆਪਣਾ ਜੀਵਨ ਬਸਰ ਕਰਨਾ। ਸਾਹਿਬ ਕਹਿੰਦੇ ਪ੍ਰਥਮੈ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ। ਕਹਿੰਦੇ ਪਹਿਲੇ ਨੰਬਰ ਤੇ ਮੈਂ ਹਉਮੈ ਨੂੰ ਪਿਆਰ ਨਾਲ ਛੱਡਿਆ, ਹਉਮੈ ਦੀ ਪ੍ਰੀਤ ਨੂੰ ਅੰਦਰੋਂ ਕੱਢਿਆ। ਤੇ ਦੂਜੀ ਗੱਲ ਸਾਹਿਬ ਕਹਿੰਦੇ ਲੋਕਾਚਾਰੀ, ਲੋਕਾਂ ਦੀ ਗੱਲ ਵੀ ਲੋਕ ਕੀ ਕਹਿਣਗੇ, ਲੋਗਾ ਰੀਤ ਹੈ, ਇਹ ਕਹਿੰਦੇ ਵੀ ਇਹਨੂੰ ਮੈਂ ਤਿਆਗਿਆ। ਕਿਉਂਕਿ ਕਈ ਵਾਰ ਨਾ ਸਮਾਜ ਦੇ ਅੰਦਰ ਮਨੁੱਖ ਲੋਕਾਚਾਰੀ, ਲੋਕਾ ਰੀਤ ਰੱਖਦਾ ਨੱਕ ਰੱਖਦਾ ਆਪਣੇ ਆਪ ਦਾ ਬੜਾ ਵੱਡਾ ਨੁਕਸਾਨ ਕਰਵਾ ਬੈਠਦਾ ਹੈ। ਲੋਕ ਕੀ ਕਹਿਣਗੇ, ਗੁਆਂਢੀ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ, ਫਲਾਣਾ ਕੀ ਕਵੇਗਾ, ਧਿਮਕਾ ਕੀ ਕਵੇਗਾ, ਆਓ ਕੀ ਕਵੇਗਾ, ਏਦਾਂ ਇਹ ਗੱਲਾਂ ਸੁਣਨ ਤੋਂ ਬਗੈਰ ਕਹਿੰਦਾ ਵੀ ਇਹ ਸੁਣਨੀਆਂ ਨਾ ਪੈਣ। ਕਿੰਨਾ ਮਰਜੀ ਘਾਟਾ ਝੱਲਦਾ ਹੈ ਆਪਣੀ ਆਪ ਨੂੰ ਬਚਾਉਣ ਵਾਸਤੇ, ਕਹਿੰਦਾ ਵੀ ਮੈਂ ਸਮਾਜ ਵਿੱਚ ਕੀ ਮੂੰਹ ਵਿਖਾਵਾਂਗਾ, ਦੁਨੀਆ ਦੇ ਲੋਕ ਕੀ ਕਹਿਣਗੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਦੋਂ ਮੈਨੂੰ ਸਤਿਗੁਰੂ ਦਾ ਪ੍ਰੇਮ ਪ੍ਰਾਪਤ ਹੋਇਆ ਨਾ, ਜਦੋਂ ਪ੍ਰਮਾਤਮਾ ਰੂਪੀ ਪਤੀ ਨੂੰ ਮੈਂ ਪ੍ਰਾਪਤ ਕਰ ਲਿਆ, ਜਿੱਥੇ ਪਹਿਲਾਂ ਮੈਂ ਹਉਮੈ ਦੀ ਜੜ ਨੂੰ ਆਪਣੇ ਅੰਦਰੋਂ ਪੁੱਟਿਆ, ਫਿਰ ਦੂਜੇ ਨੰਬਰ ਤੇ ਲੋਕਾਚਾਰੀ ਨੂੰ ਤਿਆਗ ਦਿੱਤਾ, ਲੋਕਾਂ ਦੀ ਰੀਤ ਤਿਆਗ ਦਿੱਤੀ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਆਪ ਜੀ ਨੂੰ ਯਾਦ ਵੀ ਹੋਏਗਾ, ਰੋਜ਼ ਕਥਾ ਸੁਣਨ ਵਾਲੇ, ਕੀਰਤਨ ਸੁਣਨ ਵਾਲੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ। ਕਹਿੰਦੇ ਵੀ ਮੈਂ ਲੋਕਾਚਾਰੀ ਨੂੰ ਤਾਜ ਦਿੱਤਾ, ਵੀ ਲੋਕ ਕੀ ਕਹਿਣਗੇ, ਵੀ ਇਹ ਤੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਹੈ, ਹਰ ਵਕਤ ਜਪਦਾ ਰਹਿੰਦਾ ਹੈ, ਹਰ ਵਕਤ ਸੇਵਾ, ਹਰ ਵਕਤ ਸਿਮਰਨ ਹੈ, ਇਹ ਵੱਡਾ ਬ੍ਰਹਮ ਗਿਆਨੀ, ਇਹ ਵੱਡਾ ਸੰਤ, ਇਹ ਪੁਲਾਣਾ, ਇਹ ਧਿਮਕਾ। ਸਤਿਗੁਰੂ ਕਹਿੰਦੇ ਛੱਡਤਾ। ਜਦੋਂ ਤੱਕ ਲੋਕਾਚਾਰੀ ਨੂੰ ਬੰਦਾ ਵੇਖਦਾ ਰਹੇਗਾ ਨਾ ਵੀ ਲੋਕ ਕੀ ਕਹਿਣਗੇ, ਉਦੋਂ ਤੱਕ ਸਮਾਜ ਦੇ ਅੰਦਰ, ਸੰਸਾਰ ਵਿੱਚ ਹੁਣ ਇੰਨਾ ਸਮਾਂ ਆਪਾਂ ਵੇਖੇ ਨਾ, ਆਪ ਸਭ ਸੂਝਵਾਨ ਬੈਠੇ ਹੋ, ਸਿਆਣੇ ਬੈਠੇ ਹੋ, ਤੇ ਸਮਾਜ ਵਿੱਚ ਲੋਕ ਆਪਣਾ ਨੱਕ ਰੱਖਣ ਵਾਸਤੇ ਕੀ ਕੁਝ ਕਰਦੇ ਨੇ। ਲੋਕਾਚਾਰੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਿੰਨਾ ਕਰਜ਼ਈ ਹੋ ਜਾਂਦੇ ਨੇ, ਕਰਜ਼ੇ ਵਿੱਚ ਡੁੱਬ ਜਾਂਦੇ ਨੇ, ਤੇ ਲੋਕ ਫਿਰ ਵੀ ਖੁਸ਼ ਨਹੀਂ ਹੁੰਦੇ। ਉਹ ਫੇਰ ਕੋਈ ਨਾ ਕੋਈ ਕਾਣ ਕੱਢ ਦਿੰਦੇ ਆ, ਕਮੀ ਕੱਢ ਦਿੰਦੇ ਆ, ਵੀ ਨਹੀਂ ਕਿਤੇ ਆ ਵੀ ਨਾਲ ਹੋ ਜਾਂਦਾ ਤੇ ਬੱਲੇ ਬੱਲੇ ਹੋ ਜਾਂਦੀ, ਜੇ ਆ ਵੀ ਹੋ ਜਾਂਦਾ ਤੇ ਬਹਿ ਜਾ ਹੋ ਜਾਂਦੀ, ਬਸ ਬੱਲੇ ਬੱਲੇ ਬਹਿ ਜਾ ਨੇ ਬਿਲਕੁਲ ਹੀ ਬੰਦਾ ਬਿਠਾ ਛੱਡਿਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਵੀ ਲੋਕਾਚਾਰੀ ਨੂੰ ਛੱਡ,
ਲੋਗਾ ਰੀਤ ਨੂੰ ਤਿਆਗ, ਦੁਤੀਆ ਤਿਆਗੀ ਲੋਗਾ ਰੀਤ। ਦੂਜੇ ਨੰਬਰ ਤੇ ਸਾਹਿਬ ਕਹਿੰਦੇ ਲੋਕਾਂ ਦੀ ਰੀਤ ਨੂੰ ਤਜ ਦਿੱਤਾ, ਲੋਕਾਚਾਰੀ ਨੂੰ ਛੱਡ ਦਿੱਤਾ। ਤੇ ਜਿਸ ਦਿਨ ਆਪਾਂ ਲੋਗਾ ਰੀਤ ਲੋਕਾਚਾਰੀ ਛੱਡ ਦਿਆਂਗੇ ਨਾ, ਯਾਦ ਰੱਖਿਓ ਉਸ ਦਿਨ ਤੁਸੀਂ ਆਪਣੇ ਆਪ ਨੂੰ ਸੁਖੀ ਵੀ ਮਹਿਸੂਸ ਕਰੋਗੇ। ਆਪਣੇ ਆਪ ਨੂੰ ਮਹਿਸੂਸ ਕਰੋਗੇ ਵੀ ਮੈਂ ਲੋਕਾਚਾਰੀ ਨੂੰ ਛੱਡ ਦਿੱਤਾ, ਵੀ ਕੌਣ ਕੀ ਕਹਿੰਦਾ, ਕਿੱਧਰ ਆ ਰਿਹਾ ਕਿੱਧਰ ਜਾ ਰਿਹਾ, ਕੋਈ ਧਿਆਨ ਨਹੀਂ, ਕੋਈ ਪਰਵਾਹ ਨਹੀਂ। ਤੇ ਉਦੋਂ ਤੁਸੀਂ ਸੁਖੀ ਵੀ ਹੋ ਜਾਓਗੇ। ਤੇ ਜਦੋਂ ਤੱਕ ਲੋਕਾਂ ਵਿੱਚ ਵੇਖਣਾ ਵੀ ਫਲਾਣਾ ਆ ਰਿਹਾ ਹੈ, ਵੇਖੋ ਬਾਹਰ ਨਿਕਲ ਕੇ ਕੋਈ ਗਲੀ 'ਚ ਖੜਾ ਹੈ ਕਿ ਨਹੀਂ ਖੜਾ, ਚੱਲ ਵੀ ਹੁਣ ਤੂੰ ਘਰੇ ਆ ਜਾ, ਜਾਂ ਘਰ ਆ ਜਾ, ਜਾਂ ਘਰੋਂ ਬਾਹਰ ਚੱਲ, ਜਾਂ ਜੇ ਕਿਤੇ ਜਾਣਾ ਤੇ ਆ ਅੱਗੇ ਪਾਣੀ ਦਾ ਕੋਈ ਭਾਂਡਾ ਭਰ ਕੇ ਵੀ ਅੱਗੋਂ ਭਰਿਆ ਮਿਲਣਾ। ਸਾਹਿਬ ਕਹਿੰਦੇ ਜਿੰਨੀ ਲੋਕਾਚਾਰੀ ਹੈ ਨਾ, ਇਹਨੂੰ ਤਜ ਦੋਗੇ, ਛੱਡ ਦੋਗੇ, ਵਹਿਮ ਭਰਮ ਤਿਆਗ ਦੋਗੇ ਤੇ ਸੁਖੀ ਵੀ ਹੋ ਜਾਓਗੇ। ਨਹੀਂ ਤੇ ਹੁਣ ਤੱਕ ਲੋਕਾਚਾਰੀ ਕਰ ਕਰਕੇ ਵੇਖਿਆ ਹੀ ਨਹੀਂ, ਜਾਂ ਕਰ ਰਹੇ ਆ ਤੇ ਕੀ ਪ੍ਰਾਪਤ ਹੋਇਆ, ਕੁਝ ਨਹੀਂ। ਸਗੋਂ ਹੋਰ ਬੰਦੇ ਦੋ ਚਾਰ ਕਹਿ ਦਿੰਦੇ ਵੀ ਨਾਲ ਆ ਵੀ ਕੰਮ ਖਿੱਚ ਕੇ ਰੱਖੀ। ਉਹ ਐਸਾ ਆਪਣੇ ਆਪ ਦੇ ਵਿੱਚ ਬੰਦਾ ਪਜ਼ਲ ਹੁੰਦਾ ਹੈ ਵੀ ਫਿਰ ਜੀਵਨ ਅੰਦਰ ਸਭ ਤੋਂ ਵੱਧ ਦੁੱਖ ਵੀ ਪਾਉਂਦਾ। ਫਿਰ ਕਹਿੰਦਾ ਵੀ ਹੈ ਵੀ ਉਹ ਕਿਹੜਾ ਮਾੜਾ ਸਮਾਂ ਸੀ ਜਦੋਂ ਮੈਂ ਤੇਰੀ ਗੱਲ ਮੰਨ ਲਈ, ਨਾ ਤੂੰ ਮੈਨੂੰ ਮਿਲਦਾ, ਨਾ ਗੱਲ ਕਹਿੰਦਾ, ਨਾ ਮੈਂ ਇੰਨਾ ਵੱਡਾ ਦੁੱਖ ਭੋਗਦਾ। ਇਸ ਵਾਸਤੇ ਮਹਾਰਾਜ ਕਹਿੰਦੇ ਲੋਕਾਚਾਰੀ ਛੱਡ। ਅੱਗੇ ਕਿਰਪਾ ਕੀਤੀ, ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ। ਕਹਿੰਦੇ ਤ੍ਰੈ ਗੁਣ, ਤਿੰਨ ਗੁਣ, ਰਜੋ ਸਤੋ ਤੇ ਤਮੋ, ਇਹ ਮਾਇਆ ਦੇ ਤਿੰਨ ਗੁਣ ਨੇ। ਕਹਿੰਦੇ ਤਿਆਗ ਦੁਰਜਨ ਮੀਤ ਸਮਾਨੇ। ਕਹਿੰਦੇ ਵੀ ਦੁਰਜਨ, ਜਿਹੜੇ ਦੁਰਜਨ ਮਾੜੇ ਬੰਦੇ ਸਨ, ਭੈੜੇ ਬੰਦੇ ਸਨ, ਮੀਤ ਸਮਾਨੇ, ਕਹਿੰਦੇ ਵੀ ਉਹ ਮਿੱਤਰਾਂ ਦੇ ਸਮਾਨ ਬਣ ਗਏ, ਮੇਰੇ ਆਪਣੇ ਸੱਜਣਾ ਸਮਾਨ ਬਣ ਗਏ। ਕਿਉਂ ਬਣ ਗਏ? ਕਿਉਂਕਿ ਹੁਣ ਕਿਸੇ ਵੱਲ ਧਿਆਨ ਹੀ ਨਹੀਂ ਦਿੰਦਾ। ਕੋਈ ਮੈਨੂੰ ਕਹਿੰਦਾ ਵੀ ਫਲਾਣਾ ਤੈਨੂੰ ਬੜਾ ਮਾੜਾ ਕਹਿ ਰਿਹਾ ਸੀ, ਬੜੀ ਤੇਰੀ ਬੁਰਾਈ ਕਰ ਰਿਹਾ ਸੀ, ਕੋਈ ਗੱਲ ਨਹੀਂ, ਕਰੀ ਜਾਣ ਦੋ। ਤੇ ਜੇ ਅਗਲਾ ਮਿਲ ਗਿਆ ਕੋਈ ਕਹਿੰਦਾ ਫਲਾਣਾ ਬੜੀ ਤੇਰੀ ਉਸਤਤ ਕਰ ਰਿਹਾ ਸੀ, ਉਪਮਾ ਵੀ ਤੂੰ ਤੇ ਬੜੇ ਝੰਡੇ ਗੱਡੇ, ਕਹਿੰਦਾ ਕੋਈ ਨਹੀਂ, ਅਕਾਲ ਪੁਰਖ ਦੀ ਕਿਰਪਾ। ਧਿਆਨ ਹੀ ਨਹੀਂ, ਨਾ ਬੁਰਾਈ ਵੱਲ ਧਿਆਨ, ਨਾ ਚੰਗਿਆਈ ਵੱਲ ਧਿਆਨ, ਨਾ ਕਿਸੇ ਦੁਰਜਨ ਵੱਲ ਧਿਆਨ, ਨਾ ਕਿਤੇ ਆਪਣੀ ਮਸਤੀ ਵਿੱਚ ਮਸਤ। ਸਾਹਿਬ ਕਹਿੰਦੇ ਤ੍ਰੈ ਗੁਣ ਤਜ ਕੇ ਛੱਡ ਕੇ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਨੇ। ਤੁਰਿਆ ਗੁਣ ਕਹਿੰਦੇ ਤੁਰੀ ਅਵਸਥਾ ਕਹਿ ਲਓ, ਚੌਥਾ ਪਦ ਕਹਿ ਲਓ। ਸਾਹਿਬ ਕਹਿੰਦੇ ਵੀ ਇਹ ਗੁਣ ਮਿਲ ਕੇ ਸਾਧ ਪਛਾਨੇ, ਗੁਰੂ ਦੀ ਪਛਾਣ ਕਰ ਲਈ, ਪਰਮਾਤਮਾ ਦੀ ਪਛਾਣ ਹੋ ਗਈ, ਵਾਹਿਗੁਰੂ ਦੀ ਪਛਾਣ ਹੋ ਗਈ। ਜਦੋਂ ਇਹ ਮਾਇਆ ਦੇ ਗੁਣਾਂ ਤੋਂ ਮੈਂ ਵੱਖ ਹੋ ਗਿਆ, ਜਦੋਂ ਰਜੋ ਗੁਣ, ਤਮੋ ਗੁਣ, ਸਤੋ ਗੁਣ ਇਹ ਵੱਖ ਹੋ ਗਏ, ਪਾਸੇ ਚਲੇ ਗਏ, ਤੇ ਫਿਰ ਚੌਥਾ ਪਦ ਜਿਹਨੂੰ ਤੁਰੀ ਅਵਸਥਾ ਕਹਿ ਦਈਏ, ਮੁਕਤੀ ਮਾਰਗ ਕਹਿ ਦਈਏ, ਕਹਿੰਦੇ ਵੀ ਇਹ ਪ੍ਰਾਪਤ ਹੋਇਆ। ਤੇ ਫਿਰ ਗੁਰੂ ਨੂੰ ਮਿਲ ਕੇ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਤੇ ਤੁਰਨਾ ਸ਼ੁਰੂ ਕਰ ਦਿੱਤਾ। ਅਗਲੇ ਬੰਦ ਵਿੱਚ ਰਹਿਮ ਕੀਤੀ, ਸਹਿਜ ਗੁਫਾ ਮੈਂ ਆਸਣ ਬਾਂਧਿਆ। ਕਹਿੰਦੇ ਵੀ ਸਹਿਜ ਗੁਣਾ, ਜੋਗੀ ਦੇ ਵਾਂ ਕਿਸੇ ਗੁਫਾ ਦੇ ਵਿੱਚ ਆਸਣ ਨਹੀਂ ਲਾਇਆ, ਕਿਤੇ ਪਹਾੜੀ ਦੀ ਚੋਟੀ ਤੇ ਆਸਣ ਨਹੀਂ ਲਾਇਆ, ਜੰਗਲਾਂ ਵਿੱਚ ਆਸਣ ਨਹੀਂ ਲਾਇਆ, ਹੋਰ ਕਿਧਰੇ ਨਹੀਂ। ਮਹਾਰਾਜ ਕਹਿੰਦੇ ਸਹਿਜ ਗੁਫਾ ਮੈਂ ਆਸਣ ਬਾਂਧਿਆ। ਸਹਿਜ ਅਵਸਥਾ ਦੇ ਵਿੱਚ ਸਹਿਜ ਦੀ ਪ੍ਰਾਪਤੀ ਕਰਕੇ, ਬਿਲਕੁਲ ਜਦੋਂ ਸਹਿਜ ਪ੍ਰਾਪਤ ਹੋ ਗਿਆ, ਸਹਿਜ ਨੂੰ ਆਤਮਿਕ ਅਡੋਲਤਾ ਮੇਰੇ ਹਿਰਦੇ ਵਿੱਚ ਆ ਵਸੇ, ਜਦੋਂ ਮੇਰੇ ਅੰਦਰ ਕਿਸੇ ਵੀ ਤਰ੍ਹਾਂ ਦਾ ਡੁਲਾਵਾਪਨ ਨਾ ਰਹਿ ਗਿਆ, ਆਤਮਿਕ ਅਡੋਲਤਾ ਨੂੰ ਮੈਂ ਪ੍ਰਾਪਤ ਕਰ ਲਿਆ, ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਹਿਜ ਗੁਫਾ ਮੈਂ ਆਸਣ ਬਾਂਧਿਆ। ਸਹਿਜ ਵਿੱਚ ਆ ਕੇ ਇਸ ਆਸਣ ਦੀ ਪ੍ਰਾਪਤੀ ਕਰ ਲਈ, ਜੋਤ ਸਰੂਪ ਅਨਾਹਦ ਵਾਜਿਆ। ਤੇ ਕਹਿੰਦੇ ਹੁਣ ਜਿਹੜਾ ਅਨਾਹਦ ਹੈ ਨਾ, ਅਨਹਦ ਰਾਗ ਇਹਨੂੰ ਕਿਹਾ ਹੈ, ਕਿਉਂਕਿ ਇੱਕ ਸਮੇਂ ਸਤਿਗੁਰੂ ਦੀ ਬਾਣੀ ਦਾ ਫੈਸਲਾ ਮਹਾਰਾਜ ਕਹਿੰਦੇ ਵੀ ਰਵਾਬ, ਪਖਾਵਜ, ਤਾਲ, ਘੁੰਗਰੂ, ਜਦੋਂ ਇਹ ਲੋੜ ਸੀ ਵੀ ਰਵਾਬ ਦੀ, ਤਬਲੇ ਦੀ, ਘੁੰਗਰੂਆਂ ਦੀ, ਵੀ ਇਹਨਾਂ ਦੀ ਤਾਲ ਦੇ ਨਾਲ ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਜੋੜਨਾ। ਪਰ ਸਾਹਿਬ ਕਹਿੰਦੇ ਤੇਰਾ ਜਨ ਨਿਰਤ ਕਰੈ ਗੁਣ ਗਾਵੇ। ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਰਹਿਮਤ ਹੋ ਗਈ ਨਾ, ਫਿਰ ਇਹ ਬਾਹਰੀ ਤਾਲਾਂ ਦੀ ਜ਼ਰੂਰਤ ਨਹੀਂ, ਬਾਹਰੀ ਤਾਲ ਵਜਾਉਣ ਦੀ ਜ਼ਰੂਰਤ ਨਹੀਂ। ਫਿਰ ਅਨਹਦ ਰਾਗ ਆਪਣੇ ਆਪ ਇੱਕ ਰਸ ਲਿਵਤਾਰ, ਆਪਣੇ ਆਪ ਜਿਹੜਾ ਇਹ ਮਨ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੋਇਆ ਹੈ। ਫਿਰ ਅੱਗੇ ਕਿਹਾ ਮਹਾ ਆਨੰਦ ਗੁਰ ਸ਼ਬਦ ਵਿਚਾਰ। ਸਾਹਿਬ ਕਹਿੰਦੇ ਮਹਾ ਆਨੰਦ, ਵੱਡਾ ਆਨੰਦ, ਸਭ ਤੋਂ ਉੱਤਮ ਆਨੰਦ ਹੈ ਗੁਰੂ ਦੀ ਸ਼ਬਦ ਦਾ ਵਿਚਾਰ ਕਰਨਾ। ਜਿਵੇਂ ਆਪਾਂ ਸਾਰੇ ਬੈਠੇ ਆ ਨਾ, ਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੇ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰ ਰਹੇ, ਮਹਾ ਆਨੰਦ ਹੈ, ਵੱਡਾ ਆਨੰਦ ਹੈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾਤੇ ਨੇ ਸ਼੍ਰੀ ਰਾਗ ਵਿੱਚ ਕਿਰਪਾ ਕੀਤੀ, ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਕਹਿੰਦੇ ਹੈ ਭਾਈ ਜਿਹੜੇ ਸੱਚ ਦੀ ਬੇੜੀ ਤੇ ਸਵਾਰ ਹੋ ਗਏ,
ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਆਰੰਭ ਕਰ ਦਿੱਤੀ, ਉਹ ਇਸ ਸਮਾਜ ਵਿੱਚ, ਸੰਸਾਰ ਵਿੱਚ ਜਾਂ ਭਵ ਸਾਗਰ ਤੋਂ ਪਾਰ ਹੋਣਗੇ, ਭਵ ਸਾਗਰ ਤੋਂ ਪਾਰ ਹੋਣਗੇ। ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦੇ, ਸ਼ਬਦ ਨੂੰ ਹਨ ਅਸੀਂ ਸ਼ਬਦ ਪੜ੍ਹ ਲਿਆ, ਪੜ੍ਹ ਕੇ ਉਹਨੂੰ ਵਿਚਾਰਿਆ ਨਾ, ਤੇ ਸ਼ਬਦ ਪੜ੍ਹ ਕੇ ਵੀ ਜੇ ਸਾਡੇ ਅੰਦਰ ਵਹਿਮ ਹੋਇਆ, ਭਰਮ ਹੋਇਆ, ਸਾਡੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਈਰਖਾ, ਦਵੈਖਤਾ ਇਤਿਆਦਿਕ ਕੁਝ ਵੀ ਹੋਇਆ, ਫਿਰ ਮਾਫ ਕਰਿਓ, ਸ਼ਬਦ ਪੜ੍ਹੇ ਦਾ ਸਾਨੂੰ ਕੋਈ ਲਾਹਾ ਨਹੀਂ ਹੈ, ਸ਼ਬਦ ਪੜ੍ਹੇ ਦਾ ਕੋਈ ਲਾਭ ਨਹੀਂ ਪ੍ਰਾਪਤ ਹੋਇਆ, ਕੋਈ ਅਸੀਂ ਖੱਟੀ ਨਹੀਂ ਖੱਟ ਸਕੇ ਜੇ ਸ਼ਬਦ ਦੀ ਵਿਚਾਰ ਕਰਕੇ ਵੀ ਸਾਡਾ ਜੀਵਨ ਵਹਿਮ ਭਰਮ ਦੀ ਘੁੰਮਣ ਘੇਰੀ ਵਿੱਚ ਫਸਿਆ ਹੋਇਆ ਹੈ। ਜੇ ਅਸੀਂ ਅਜੇ ਵੀ ਵਾਰਾਂ ਦੇ ਵਿੱਚ, ਮਹੀਨਿਆਂ ਦੇ ਵਿੱਚ, ਮਹੂਰਤਾਂ ਦੇ ਵਿੱਚ, ਥਿੱਤਾਂ ਦੇ ਵਿੱਚ ਅਜੇ ਵੀ ਬੰਨੇ ਆ, ਤੇ ਫਿਰ ਅਸੀਂ ਸ਼ਬਦ ਦੀ ਵਿਚਾਰ ਕਾਹਦੀ ਕੀਤੀ ਹੈ? ਜੇ ਅਜੇ ਵੀ ਸਾਨੂੰ ਪਿੱਛੇ ਆਵਾਜ਼ ਮਾਰਨ ਦਾ ਡਰ ਹੈ ਵੀ ਮੈਂ ਤੁਰਨ ਲੱਗਾ, ਪਿੱਛੋਂ ਆਵਾਜ਼ ਮਾਰ ਲਈ, ਜਾਂ ਘਰੋਂ ਤੁਰ ਲੱਗਾ ਤੇ ਦਹੀਂ ਖਾ ਜਾ, ਇਹ ਕੰਮ ਪੂਰਾ ਹੋ ਜਾਏਗਾ, ਕੰਮ ਨੇਪਰੇ ਚੜ ਜਾਏਗਾ। ਜੇ ਸ਼ਬਦ ਦੀ ਵਿਚਾਰ ਕਰਕੇ ਇਹ ਸਮਾਜ ਦਾ, ਤੇ ਫਿਰ ਹਰ ਇੱਕ ਬੰਦਾ, ਨਾ ਦਹੀਂ ਦੀ ਕਮੀ ਤੇ ਨਾ ਕੰਮ ਤੇ ਜਾਣ ਵਾਲਿਆਂ ਦੀ ਕਮੀ, ਪਰ ਹੁੰਦਾ ਕਿਸੇ ਕਿਸੇ ਦਾ ਕੋਈ ਪੂਰਾ ਨੇਪਰੇ ਚੜ੍ਹਦਾ, ਕਿਸੇ ਦਾ ਨਹੀਂ ਚੜ੍ਹਦਾ। ਸਾਹਿਬ ਕਹਿੰਦੇ ਇਹ ਸਮਾਜ ਦੇ ਅੰਦਰ ਜੇ ਸ਼ਬਦ ਦੀ ਵਿਚਾਰ ਕਰਕੇ ਵੀ ਸਾਡਾ ਮਨ ਅਜੇ ਤੱਕ ਇਹਨਾਂ ਵਹਿਮਾਂ ਭਰਮਾਂ ਦੇ ਜੰਜਾਲਾਂ ਦੇ ਵਿੱਚ, ਸਤਿਗੁਰੂ ਦੀ ਬਾਣੀ ਤੇ ਆਖਦੀ ਹੈ, ਮਹਾਰਾਜ ਕਹਿੰਦੇ ਭ੍ਰਮ ਕਾ ਸੰਗਲ ਤੋੜ ਨਿਰਾਲਾ, ਹਰ ਅੰਤਰ ਹਰ ਰਸ ਪਾਇਆ ਭਲਿਆ। ਭਰਮ ਦਾ ਜਿਹੜਾ ਸੰਗਲ ਤੋੜ ਦੇ, ਤੇ ਸੰਗਲ ਵਿੱਚ ਕੜੀਆਂ ਹੁੰਦੀਆਂ ਨੇ ਨਾ, ਜਿਨ੍ਹਾਂ ਨੇ ਸੰਗਲ ਵੇਖਿਆ ਹੋਵੇ, ਉਹ ਕੜੀਆਂ ਨਾਲ ਜੁੜਿਆ ਹੁੰਦਾ ਹੈ, ਇੱਕ ਕੜੀ, ਦੋ ਕੜੀ, ਜਿੰਨਾ ਮਰਜ਼ੀ ਲੰਬਾ ਸੰਗਲ ਬਣਾ ਲਓ, ਇਹ ਕੜੀਆਂ ਨੇ, ਕੋਈ ਮਹੂਰਤ ਦੀ ਹੈ, ਕੋਈ ਥਿੱਤ ਦੀ ਹੈ, ਕੋਈ ਪਖੰਡ ਹੈ, ਕੋਈ ਡੇਰਾਵਾਦ ਹੈ, ਕੋਈ ਕੁਝ ਹੈ, ਕੋਈ ਕੁਝ ਹੈ। ਇਹ ਸਭ ਕੜੀਆਂ ਤੋੜ ਕੇ ਕੇਵਲ ਕਰਤੇ ਪੁਰਖ ਨਿਰੰਕਾਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨਾ। ਅੱਗੇ ਕਿਹਾ ਪ੍ਰੇਮ ਸਿਉ ਰਾਤੀ ਧਨ ਸੁਹਾਗਣ ਨਾਰ, ਕਹਿੰਦੇ ਵੀ ਅਸਲ ਵਿੱਚ ਉਹ ਇਸਤਰੀ ਸੁਹਾਗਣ ਹੈ, ਜੀਵ ਰੂਪੀ ਇਸਤਰੀ, ਜਿਹੜੀ ਆਪਣੇ ਪ੍ਰਭੂ ਪਤੀ ਦੇ ਨਾਮ ਦੇ ਰੰਗ ਵਿੱਚ ਰੰਗੀ ਹੋਈ ਹੈ। ਪ੍ਰੇਮ ਸਿਉ ਰਾਤੀ ਧਨ ਸੁਹਾਗਣ ਨਾਰ, ਰਾਤੀ ਤੋਂ ਭਾਵ ਹੈ ਰੰਗੀ ਹੋਈ, ਜਿਹੜੇ ਆਪਣੇ ਨਿਰੰਕਾਰ ਦੇ ਨਾਮ ਦੇ ਰੰਗ ਵਿੱਚ ਰੰਗੀ ਗਈ। ਸਾਹਿਬ ਕਹਿੰਦੇ ਉਹ ਸੁਹਾਗਣ ਇਸਤਰੀ ਹੈ। ਉਹ ਇਸ ਸੰਸਾਰ ਅੰਦਰ ਉਹਨੂੰ ਗੁਰਮੁਖ ਕਹਿ ਦਿਓ, ਉਹਨੂੰ ਸੰਤ ਕਹਿ ਦਿਓ, ਉਹਨੂੰ ਭਗਤ ਕਹਿ ਦਿਓ, ਉਹਨੂੰ ਕਿਸੇ ਵੀ ਨਾਮ ਨਾਲ ਪੁਕਾਰ ਲਓ, ਪਰ ਜਿਹੜਾ ਰੰਗਿਆ ਹੋਇਆ ਹੈ। ਅੰਤਲੇ ਬੰਦ ਵਿੱਚ ਕਿਰਪਾ ਕੀਤੀ ਜਨ ਨਾਨਕ ਬੋਲੇ ਬ੍ਰਹਮ ਵਿਚਾਰ। ਸਾਹਿਬ ਕਹਿ ਲੱਗੇ ਅੰਤਲੇ ਬੰਦ ਵਿੱਚ, ਹੇ ਭਾਈ ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਬ੍ਰਹਮ ਦੀ ਵਿਚਾਰ ਕਰਦਾ ਹੈ, ਕਰਤੇ ਦੀ ਵਿਚਾਰ। ਜੋ ਸੁਣੇ ਕਮਾਵੇ ਸੋ ਉਤਰੈ ਪਾਰ। ਹੁਣ ਕਿੰਨੀ ਇਹ ਪੂਰੇ ਸ਼ਬਦ ਦਾ ਤੱਤ ਸਾਰ ਹੈ, ਜੋ ਸੁਣੇ ਕਮਾਵੇ ਸੋ ਉਤਰੈ ਪਾਰ। ਕਹਿੰਦੇ ਵੀ ਜਿਹੜਾ ਇਹ ਸ਼ਬਦ ਨੂੰ ਸੁਣਦਾ ਹੈ, ਜੀਵਨ ਅੰਦਰ ਕਮਾਉਂਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਉਹ ਇਹ ਭਾਵ ਸਾਗਰ ਤੋਂ, ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ। ਇਹ ਗਰੰਟੀ ਗੁਰੂ ਨਾਨਕ ਸਾਹਿਬ ਦੀ ਹੈ। ਜੋ ਸੁਣੈ ਕਮਾਵੇ ਸੋ ਉਤਰੈ ਪਾਰ। ਜਿਹੜਾ ਸੁਣਦਾ ਹੈ, ਆਪਣੇ ਹਿਰਦੇ 'ਚ ਕਮਾਉਂਦਾ ਹੈ, ਉਹਨਾਂ ਸ਼ਬਦਾਂ ਤੇ ਅਮਲੀ ਤੌਰ ਤੇ ਪਹਿਰਾ ਦਿੰਦਾ। ਸਾਹਿਬ ਕਹਿੰਦੇ ਇਹ ਸੰਸਾਰ ਸਾਗਰ ਤੋਂ, ਭਾਵ ਸਾਗਰ ਤੋਂ ਪਾਰ ਹੋ ਜਾਏਗਾ। ਕਿਸੇ ਚੀਜ਼ ਦੀ ਕਮੀ ਨਹੀਂ, ਕਾਣ ਨਹੀਂ ਰਵੇਗੀ, ਕਿਸੇ ਚੀਜ਼ ਦਾ ਘਾਟਾ ਨਹੀਂ। ਆਪਣੇ ਆਪ ਜੀਵਨ ਅੰਦਰ ਅਧਿਆਤਮਿਕੀ ਅਡੋਲਤਾ, ਸਹਿਜ ਅਵਸਥਾ, ਤੁਰੀ ਅਵਸਥਾ ਸਭ ਕੁਝ ਮਿਲ ਜਾਏਗਾ। ਜਿਹੜਾ ਗੁਰੂ ਦਾ ਸ਼ਬਦ ਸੁਣਨਾ, ਕਮਾਉਣਾ ਤੇ ਹਿਰਦੇ ਅੰਦਰ ਵਿਚਾਰਨਾ ਸ਼ੁਰੂ ਕਰਦਾ ਹੈ, ਕਿਉਂਕਿ ਸ਼ਬਦ ਤੋਂ ਵੱਡਾ ਕੋਈ ਹੈ ਹੀ ਨਹੀਂ। ਸ਼ਬਦ ਤੋਂ ਬਿਨਾਂ ਸਮਾਜ ਅੰਦਰ ਕੁਝ ਹੈ ਹੀ ਨਹੀਂ। ਸ਼ਬਦ ਹੀ ਸਾਡੀ ਪਰਵਰਿਸ਼ ਕਰਨ ਵਾਲਾ ਹੈ, ਪਾਲਣ ਵਾਲਾ ਹੈ, ਸ਼ਬਦ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਇਸ ਵਾਸਤੇ ਸ਼ਬਦ ਤੇ ਸਤਿਗੁਰੂ ਨੇ ਇਹਨਾਂ ਪਵਿੱਤਰ ਪਾਵਨ ਸ਼ਬਦਾਂ 'ਚ ਸਮਝਾਉਣ ਦਾ ਯਤਨ ਕੀਤਾ। ਜਨਮ ਨਾ ਮਰੈ, ਨਾ ਆਵੈ ਨਾ ਜਾਏ। ਸਾਹਿਬ ਕਹਿੰਦੇ ਫਿਰ ਉਹ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਨਾ ਜਾਂਦਾ ਹੈ, ਹਰ ਸੇਤੀ ਉਹ ਰਹਿ ਸਮਾਏ। ਤੇ ਹਰੀ ਦੇ ਨਾਲ, ਸੇਤੀ ਤੋਂ ਭਾਵ ਹੈ ਨਾਲ, ਹਰੀ ਦੇ ਨਾਲ ਉਹ ਸਦਾ ਹੀ ਸਮਾਇਆ ਰਹਿੰਦਾ ਹੈ। ਉਹਦਾ ਜੀਵਨ ਐਸਾ ਬਣ ਜਾਂਦਾ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਣੀ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ। ਰਾਮ ਕਬੀਰਾ ਇੱਕ ਭਏ ਹੈ, ਕੋਈ ਨਾ ਸਕੇ ਪਛਾਨੀ। ਬਾਬਾ ਕਬੀਰ ਸਾਹਿਬ ਕਹਿੰਦੇ ਰਾਮ ਤੇ ਕਬੀਰ ਇੱਕ ਹੋ ਗਏ, ਕੋਈ ਵੀ ਸਿਆਣਦਾ ਨਹੀਂ। ਆਤਮਾ ਪ੍ਰਾਤਮਾ ਏਕੋ ਕਰੇ, ਫਿਰ ਆਤਮਾ ਪਰਮਾਤਮਾ ਇੱਕ ਹੋ ਗਏ। ਜਦੋਂ ਸ਼ਬਦ ਨੂੰ ਸੁਣਿਆ, ਸ਼ਬਦ ਨੂੰ ਕਮਾਇਆ, ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਸਾਹਿਬ ਨੇ ਅੰਤ ਵਿੱਚ ਕਿਰਪਾ ਕੀਤੀ। ਹਰ ਸੇਤੀ ਉਹ ਰਹੇ ਸਮਾਏ। ਹਰੀ ਦੇ ਨਾਮ ਦੇ ਵਿੱਚ ਉਹ ਸਮਾ ਜਾਂਦੇ ਨੇ। ਸਦਾ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹਿੰਦੇ ਨੇ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ। ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ
ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਦੇਣਾ। ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰਿਆ, ਸ਼ਬਦ ਗਾਵੜਿਆ ਹਾਇਆ। ਕਹਿ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੀ, ਦੁਖ ਸਭ ਵਿਸਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕੋ ਮਨੋ ਵਸਾਰੀ।